ਸਤਿ ਸ੍ਰੀ ਅਕਾਲ ਜੀ। ਪੰਜਾਬੀ ਭਾਸ਼ਾ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਜੀ। ਆਪਾਂ ਜਿਵੇਂ ਕਿ ਸ਼ਬਦ ਸ਼੍ਰੇਣੀਆਂ ਬਾਰੇ ਪੜ੍ਹ ਰਹੇ ਸੀ, ਉਹਦੇ ਵਿੱਚੋਂ ਆਪਾਂ ਕੁਝ ਵਿਆਕਰਣ ਸ਼੍ਰੇਣੀਆਂ ਜੋ ਹਨ ਸਾਡੀਆਂ, ਉਹਨਾਂ ਦੇ ਬਾਰੇ ਵਿਚਾਰ ਚਰਚਾ ਕਰ ਰਹੇ ਸੀ। ਇੱਕ ਸਾਡੀ ਵਿਆਕਰਣ ਸ਼੍ਰੇਣੀ ਹੈ ਜਿਸ ਦਾ ਨਾਮ ਹੈ ਸੰਬੰਧਕ। ਉਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ ਅੱਜ, ਕਿ ਸੰਬੰਧਕਾਂ ਦੀ ਇੱਕ ਵਾਕ ਦੇ ਵਿੱਚ ਕੀ ਮਹੱਤਤਾ ਹੈ, ਕੀ ਇੰਪੋਰਟੈਂਸ ਹੈ, ਉਹਦੇ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਨਾਲ ਨਾਲ ਆਪਾਂ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਵੀ ਦੇਖਾਂਗੇ ਕਿ ਸੰਬੰਧਕਾਂ ਦੇ ਵਿੱਚ ਪ੍ਰਸ਼ਨ ਹੈ ਜਿਹੜਾ ਉਹ ਪੁੱਛਣ ਦਾ ਐਗਜ਼ਾਮੀਨਰ ਦਾ ਤਰੀਕਾ ਕੀ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਸਾਡੇ ਵਿਆਕਰਣਾਂ ਦੇ ਵਿੱਚ ਇੱਕ ਪਰਿਭਾਸ਼ਾ ਦਿੱਤੀ ਹੁੰਦੀ ਹੈ। ਪਹਿਲੀ ਜਿਹੜੀ ਲਾਈਨ ਹੈ ਉਹ ਪਰਿਭਾਸ਼ਾ ਕਿਹੜੀ ਹੈ ਕਿ ਵਾਕ ਵਿੱਚ ਨਾਮ, ਪੜਨਾਮ, ਵਿਸ਼ੇਸ਼ਣ ਆਦਿ ਦਾ ਹੋਰਨਾਂ ਸ਼ਬਦਾਂ ਨਾਲ ਸੰਬੰਧ ਦੱਸਣ ਵਾਲੇ ਜੋ ਸਾਡੇ ਸ਼ਬਦ ਹਨ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਜੀ ਇਹ ਸਾਡੇ ਹੈ ਜੀ ਸੰਬੰਧਕ। ਇੱਕ ਸਧਾਰਨ ਜਿਹੀ ਪਰਿਭਾਸ਼ਾ ਦਿੱਤੀ ਹੁੰਦੀ ਹੈ। ਇੱਕ ਵਾਕ ਦੇ ਵਿੱਚ ਮੰਨ ਲਓ ਤੁਹਾਡੇ ਸਾਹਮਣੇ ਨਾਂਵ ਵੀ ਹਨ, ਜਾਂ ਨਾਂਵ ਦੀ ਥਾਂ 'ਤੇ ਪੜਨਾਂਵ ਵੀ ਦਿੱਤਾ ਹੋਇਆ, ਵਿਸ਼ੇਸ਼ਣ ਵੀ ਦਿੱਤਾ ਹੋਇਆ, ਕਿਰਿਆ ਵਿਸ਼ੇਸ਼ਣ ਵੀ ਦਿੱਤਾ ਹੋਇਆ ਹੈ ਅਤੇ ਕਿਰਿਆ ਵੀ ਦਿੱਤੀ ਹੋਈ ਹੈ। ਪਰ ਉਹਨਾਂ ਦਾ ਆਪਸੀ ਜੋ ਸੰਬੰਧ ਹੈ, ਉਹਨਾਂ ਦਾ ਆਪਸੀ ਤਾਲਮੇਲ ਕਿਵੇਂ ਬੈਠੇਗਾ ਕਿ ਇੱਕ ਵਾਕ ਦੇ ਪੂਰੇ ਅਰਥ ਸਾਡੇ ਸਾਹਮਣੇ ਉਜਾਗਰ ਹੋਣ। ਸਾਡੇ ਸਾਹਮਣੇ ਪੂਰੇ ਅਰਥ ਨਿਕਲ ਕੇ ਵਾਕ ਦੇ ਕਦੋਂ ਹੋਣਗੇ? ਜਦੋਂ ਉਸ ਵਾਕ ਦੇ ਵਿੱਚ ਸੰਬੰਧਕਾਂ ਦਾ ਇਸਤੇਮਾਲ ਹੋਇਆ ਹੋਵੇਗਾ। ਇਹ ਗੱਲ ਆਪਾਂ ਲਾਜ਼ਮੀ ਧਿਆਨ ਰੱਖਣੀ ਹੈ। ਜੋ ਸਾਡੀ ਦੂਸਰੀ ਪਰਿਭਾਸ਼ਾ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਵਾਕ ਵਿੱਚ ਨਾਮ, ਪੜਨਾਮ, ਵਿਸ਼ੇਸ਼ਣ ਜਾਂ ਕਿਰਿਆ ਸ਼੍ਰੇਣੀ ਦੇ ਜਿਹੜੇ ਸ਼ਬਦ ਹਨ ਉਹਨਾਂ ਦਾ ਆਪਸੀ ਅਰਥਗਤ ਸੰਬੰਧਾਂ ਨੂੰ ਉਜਾਗਰ ਕਰਨ ਵਾਲੇ ਜੋ ਸ਼ਬਦ ਹਨ ਉਹ ਸਾਡੇ ਸੰਬੰਧਕ ਹਨ। ਥੱਲੇ ਪੰਜਾਬੀ ਦੇ ਕੁਝ ਸੰਬੰਧਕ ਮੈਂ ਲਿਖੇ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਆਮ ਕਰਕੇ ਪ੍ਰੀਖਿਆ ਦੀ ਦ੍ਰਿਸ਼ਟੀ 'ਚੋਂ, ਸਾਡੇ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਆਪਾਂ ਦੇਖਦੇ ਹਾਂ ਵੀ ਆਹ ਸੰਬੰਧਕਾਂ ਦੇ ਵਿੱਚੋਂ ਅਕਸਰ ਹੀ ਪ੍ਰਸ਼ਨ ਪੁੱਛਿਆ ਜਾਂਦਾ ਹੈ। ਦਾ, ਦੇ, ਦੀ, ਨੂੰ, ਤੋਂ, ਕੋਲੋਂ, ਉੱਤੇ, ਨਾਲ, ਲਈ, ਵਿੱਚ, ਕੋਲ, ਹੇਠਾਂ, ਇਹ ਜਿਹੜੇ ਸ਼ਬਦ ਨੇ ਸਾਡੇ, ਇਹ ਸਾਡੇ ਸੰਬੰਧਕ ਹਨ। ਹੁਣ ਮੈਂ ਉਦਾਹਰਣ ਲਿਖਦਾ ਇੱਕ ਤੁਹਾਡੇ ਸਾਹਮਣੇ। ਮੰਨ ਲਓ ਮੈਂ ਇੱਕ ਉਦਾਹਰਣ ਲਿਖਿਆ ਕਿ ਅਧਿਆਪਕ, ਵਿਦਿਆਰਥੀ ਲਿਖਤਾ ਮੈਂ ਅੱਗੇ ਸ਼ਬਦ ਅਧਿਆਪਕ, ਵਿਦਿਆਰਥੀ ਤੇ ਪੜ੍ਹਾਇਆ। ਇਹ ਸਾਡੇ ਸਾਹਮਣੇ ਨੇ ਜੀ। ਦੋ ਸਾਡੇ ਨਾਮ ਹਨ ਜੀ, ਇੱਕ ਸਾਡਾ ਕਿਰਿਆ ਰੂਪ ਹੈ ਜੀ। ਇੱਕ ਸਾਡਾ ਅਧਿਆਪਕ ਨਾਮ ਹੈ, ਇੱਕ ਵਿਦਿਆਰਥੀ ਨਾਮ ਹੈ, ਇੱਕ ਪੜ੍ਹਾਇਆ ਨਾਮ ਹੈ। ਮੰਨ ਲਓ ਇਹ ਇੱਕ ਵਾਕ ਹੈ ਤੁਹਾਡੇ ਸਾਹਮਣੇ। ਇਹ ਵਾਕ ਦੇ ਹੁਣ ਤੁਹਾਡੇ ਸਾਹਮਣੇ ਕੋਈ ਅਰਥ ਪ੍ਰਗਟ ਨਹੀਂ ਹੋ ਰਹੇ। ਤੁਸੀਂ ਇਸ ਵਾਕ ਤੋਂ ਕਿਸੇ ਗੱਲ ਦਾ ਕੋਈ ਸੈਂਸ ਨਹੀਂ ਲਾ ਸਕਦੇ। ਪਰ ਹੁਣ ਇਹਦੇ ਵਿੱਚ ਦੋ ਸੰਬੰਧਕ ਫਿੱਟ ਕਰ ਦੇਵੋ। ਕਿਹੜੇ? ਇੱਕ ਅਧਿਆਪਕ ਨੇ, ਵਿਦਿਆਰਥੀ ਨੂੰ। ਇਹ ਜਦੋਂ ਦੋ ਸੰਬੰਧਕ ਜਿਵੇਂ ਵਿੱਚ ਆਪਾਂ ਵਾਕ ਦੇ ਫਿੱਟ ਕੀਤੇ ਤਾਂ ਉਦੋਂ ਇੱਕ ਸਾਡੇ ਸਾਹਮਣੇ ਅਰਥਗਤ ਵਾਕ, ਪੂਰਾ ਅਰਥ ਭਰਪੂਰ ਵਾਕ ਸਾਡੇ ਸਾਹਮਣੇ ਨਿਕਲ ਕੇ ਆਇਆ। ਇਹਦੇ ਵਾਸਤੇ ਮੈਂ ਸ਼ਬਦ ਲਿਖਿਆ ਹੈ ਕਿ ਆਪਸੀ ਅਰਥਗਤ ਸੰਬੰਧਾਂ ਨੂੰ ਉਜਾਗਰ ਕਰਨ ਵਾਲੇ ਸ਼ਬਦ ਹਨ। ਮਤਲਬ ਕੀ ਹੈ? ਅਧਿਆਪਕ ਸ਼ਬਦ ਦਾ ਆਪਣਾ ਇੱਕ ਅਰਥ ਹੈ, ਵਿਦਿਆਰਥੀ ਸ਼ਬਦ ਦਾ ਆਪਣਾ ਇੱਕ ਅਰਥ ਹੈ ਇੱਕ ਵਾਕ ਦੇ ਵਿੱਚ। ਪਰ ਵਾਕ ਦਾ ਪੂਰੇ ਦਾ ਅਰਥ ਕਿਉਂ ਨਹੀਂ ਨਿਕਲਿਆ ਸੀ? ਕਿਉਂਕਿ ਅਧਿਆਪਕ ਅਤੇ ਵਿਦਿਆਰਥੀ ਇਹਨਾਂ ਦੋਨਾਂ ਸ਼ਬਦਾਂ ਨੂੰ ਜੋੜਨ ਵਾਲੀ ਕੋਈ ਇਕਾਈ ਨਹੀਂ ਸੀ ਸਾਡੇ ਕੋਲ। ਜਿਵੇਂ ਹੀ ਸਾਡੇ ਸਾਹਮਣੇ ਇੱਕ ਇਕਾਈ ਆ ਗਈ ਨੇ, ਇੱਕ ਇਕਾਈ ਆ ਗਈ ਨੂੰ, ਤਾਂ ਤੁਹਾਡੇ ਸਾਹਮਣੇ ਇੱਕ ਵਾਕ ਹੈ ਜਿਹੜਾ ਇਹ ਹੁਣ ਪੂਰੇ ਅਰਥ ਦੇ ਰਿਹਾ ਹੈ। ਸੋ ਵਾਕ ਦੇ ਵਿੱਚ ਨਾਮ, ਪੜਨਾਮ, ਵਿਸ਼ੇਸ਼ਣ ਜਾਂ ਕਿਰਿਆ ਵਿਸ਼ੇਸ਼ਣ, ਜੋ ਕਿਰਿਆ ਸ਼੍ਰੇਣੀ ਦੇ ਜੋ ਸ਼ਬਦ ਹਨ ਸਾਡੇ, ਉਹਨਾਂ ਦੇ ਆਪਸੀ ਅਰਥਗਤ ਸੰਬੰਧਾਂ ਨੂੰ ਉਜਾਗਰ ਕਰਨ ਵਾਲੇ ਜੋ ਸ਼ਬਦ ਹਨ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਸੰਬੰਧਕ। ਹੋਰ ਆਪਾਂ ਉਦਾਹਰਣ ਦੇਖਦੇ ਹਾਂ, ਜਿਵੇਂ ਕਿ ਕੁਝ ਹੋਰ ਐਗਜ਼ਾਮਪਲ ਦੇਖੀਏ। ਰਾਮ ਨੇ ਸੱਪ ਨੂੰ ਸੋਟੀ ਨਾਲ ਮਾਰਿਆ। ਇਹਦੇ ਵਿੱਚ ਵੇਖ ਲਓ ਜੀ ਸਾਡੇ ਸੰਬੰਧਕ ਇੱਕ ਹੈਗਾ ਜੀ ਨੇ, ਇੱਕ ਨੂੰ ਸਾਡਾ ਸੰਬੰਧਕ, ਇੱਕ ਨਾਲ, ਇਹ ਸਾਡੇ ਸੰਬੰਧਕ ਨੇ ਜੋ ਕੀ ਹੈ, ਜੋ ਸਾਡੇ ਸ਼ਬਦ ਦਿੱਤੇ ਨੇ ਇੱਕ ਵਾਕ ਦੇ ਵਿੱਚ, ਜਾਂ ਉਹ ਨਾਮ ਹੋ ਸਕਦਾ ਹੈ, ਜਾਂ ਪੜਨਾਮ ਹੋ ਸਕਦੇ ਨੇ, ਜਾਂ ਸਾਡਾ ਵਿਸ਼ੇਸ਼ਣ ਹੋ ਸਕਦੇ ਨੇ। ਇਹ ਜੋ ਸ਼ਬਦ ਹਨ, ਜਾਂ ਕਿਰਿਆ ਹੋ ਸਕਦੀ ਹੈ,
ਉਹ ਉਹਨਾਂ ਸ਼ਬਦਾਂ ਦਾ ਦੂਸਰੇ ਸ਼ਬਦਾਂ ਦੇ ਨਾਲ ਆਪਸੀ ਇੱਕ ਸੰਬੰਧ ਜਦੋਂ ਉਜਾਗਰ ਹੋਵੇਗਾ, ਫਿਰ ਹੀ ਸਾਡੇ ਸਾਹਮਣੇ ਕਿਸੇ ਵਾਕ ਦਾ ਪੂਰਾ ਅਰਥ ਆਵੇਗਾ। ਸੋ ਆਪਾਂ ਕਹਿ ਸਕਦੇ ਹਾਂ ਕਿ ਵਾਕ ਦੇ ਪੂਰੇ ਅਰਥ ਦੇਣ ਵਾਸਤੇ ਸੰਬੰਧਕਾਂ ਦੀ ਕਿੰਨੀ ਮਹੱਤਤਾ ਹੈ, ਕਿੰਨੇ ਇੰਪੋਰਟੈਂਟ ਹੈ ਆਪਣੇ ਆਪ ਦੇ ਵਿੱਚ ਇਹ ਸੰਬੰਧਕ। ਰਾਮ ਨੇ ਸੱਪ ਨੂੰ ਸੋਟੀ ਨਾਲ ਮਾਰਿਆ। ਦੂਸਰਾ ਕੀ ਹੈ, ਜਿਵੇਂ ਮੰਨ ਲਓ ਹੋਰ ਉਦਾਹਰਣ, ਉਹ ਸਾਡੇ ਘਰ ਦੇ ਨੇੜੇ, ਐਗਜ਼ਾਮੀਨਰ ਦੀ ਮਰਜ਼ੀ ਆ ਵੀ ਨੇੜੇ ਲਿਖਣਾ ਕਿ ਲਾਗੇ, ਇੱਕੋ ਹੀ ਗੱਲ ਹੈ। ਉਹ ਸਾਡੇ ਘਰ ਦੇ ਨੇੜੇ ਜਾਂ ਲਾਗੇ ਰਹਿੰਦਾ ਹੈ। ਸੋ ਦੇ ਵੀ ਸਾਡਾ ਸੰਬੰਧਕ ਹੈ ਅਤੇ ਨੇੜੇ ਜਾਂ ਲਾਗੇ ਵੀ ਸਾਡਾ ਸੰਬੰਧਕ ਹੈ। ਉਸ ਤੋਂ ਬਾਅਦ ਹੁਣ ਆਪਾਂ ਹੋਰ ਦੇਖਦੇ ਹਾਂ ਉਦਾਹਰਣ ਕਿ ਉਹ ਕਾਰ ਵਿੱਚ ਬੈਠੇ ਸਨ। ਸੋ ਇਹਦੇ ਵਿੱਚ ਦੇਖ ਲਓ, ਜੋ ਵਿੱਚ ਸ਼ਬਦ ਹੈ ਸਾਡਾ, ਉਹ ਸਾਡਾ ਇੱਕ ਸੰਬੰਧਕ ਦਾ ਕੰਮ ਕਰ ਰਿਹਾ ਹੈ। ਕਾਰ ਸਾਡਾ ਨਾਮ ਸ਼ਬਦ ਹੈ ਅਤੇ ਬੈਠੇ ਸਾਡੀ ਕਿਰਿਆ ਹੈ। ਨਾਮ ਅਤੇ ਕਿਰਿਆ ਦਾ ਆਪਸੀ ਅਰਥਗਤ ਸੰਬੰਧ ਕਿਹੜੇ ਸ਼ਬਦ ਰਾਹੀਂ ਉਜਾਗਰ ਹੋਇਆ? ਵਿੱਚ ਸ਼ਬਦ ਰਾਹੀਂ। ਸੋ ਵਿੱਚ ਸ਼ਬਦ ਕੀ ਹੈ? ਸਾਡਾ ਸੰਬੰਧਕ ਹੈ। ਹੋਰ ਕੀ ਹੈ? ਉਹ ਬੱਸ ਰਾਹੀਂ ਜਾਂ ਬੱਸ ਦੁਆਰਾ, ਬੱਸ ਰਾਹੀਂ ਗੰਗਾਨਗਰ ਗਿਆ। ਸੋ ਇਹਦੇ ਵਿੱਚ ਕੀ ਹੈ ਕਿ ਜੋ ਬੱਸ ਨਾਮ ਅਤੇ ਗੰਗਾਨਗਰ ਦੋ ਨਾਮ ਸਾਡੇ ਸਾਹਮਣੇ ਸਨ, ਉਹਨਾਂ ਨਾਵਾਂ ਦਾ ਆਪਸ ਦੇ ਵਿੱਚ ਸੰਬੰਧ ਦਰਸਾਉਣ ਵਾਲਾ ਸ਼ਬਦ ਰਾਹੀਂ ਜਾਂ ਦੇ ਰਾਹੀਂ ਜਾਂ ਦੁਆਰਾ ਹੋ ਸਕਦਾ ਹੈ ਨਾ ਸ਼ਬਦ। ਉਹ ਬੱਸ ਦੇ ਰਾਹੀਂ ਗੰਗਾਨਗਰ ਗਿਆ, ਉਹ ਬੱਸ ਦੁਆਰਾ ਗੰਗਾਨਗਰ ਗਿਆ, ਜਾਂ ਉਹ ਬੱਸ ਰਾਹੀਂ ਗੰਗਾਨਗਰ ਗਿਆ। ਹੋਰ ਇਹ ਸੋਹਣ ਦਾ ਕੋਟ ਹੈ। ਸੋਹਣ ਅਤੇ ਕੋਟ, ਇਹਨਾਂ ਦੋਨਾਂ ਦਾ ਆਪਸੀ ਸੰਬੰਧ ਦਰਸਾਉਣ ਵਾਲਾ ਸ਼ਬਦ ਦਾ ਹੈ। ਹੋਰ ਕੀ ਹੈ? ਇੱਕ ਹੋਰ ਉਦਾਹਰਣ, ਜਿਵੇਂ ਦਵਾਤ ਦੇ ਵਿੱਚ ਸਿਆਹੀ ਹੈ। ਸੋ ਦਵਾਤ ਵਿੱਚ ਸਿਆਹੀ ਹੈ, ਉਹਦੇ ਵਿੱਚ ਕੀ ਹੁੰਦਾ? ਸਾਡਾ ਵਿੱਚ ਸ਼ਬਦ ਹੈ ਜਿਹੜਾ ਉਹ ਸੰਬੰਧਕ ਹੋ ਜਾਂਦਾ। ਹੁਣ ਇੱਥੇ ਦੋ ਹੈ, ਦੇ ਅਤੇ ਵਿੱਚ। ਇਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਜਦੋਂ ਆਪਾਂ ਸੰਬੰਧਕਾਂ ਦੇ ਪ੍ਰਕਾਰਾਂ ਦੇ ਵਿੱਚ ਪੜ੍ਹਾਂਗੇ। ਉਦੋਂ ਆਪਾਂ ਇਹ ਜਿਹੜੇ ਆ ਇਹ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ ਕਿ ਦੇ ਵਿੱਚ ਇੱਕ ਸੰਯੁਕਤ ਰੂਪ ਹੈ ਸੰਬੰਧਕਾਂ ਦਾ, ਉਹ ਮਤਲਬ ਕਿਹੜੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ, ਇਹ ਵੀ ਆਪਾਂ ਗੱਲ ਕਰਾਂਗੇ। ਹੁਣ ਜਿਵੇਂ ਕਿ ਉਹ ਸਾਡੇ, ਇੱਕ ਹੋਰ ਉਦਾਹਰਣ ਹੈ, ਜਿਵੇਂ ਮੰਨ ਲਓ ਕਿ ਉਹ ਸਾਡੇ ਸਾਹਮਣੇ ਦੀ ਲੰਘ ਗਿਆ। ਉਹ ਸਾਡੇ ਸਾਹਮਣੇ ਦੀ ਲੰਘ ਗਿਆ। ਇਹਦੇ ਵਿੱਚ ਕੀ ਹੈ? ਸਾਹਮਣੇ ਅਤੇ ਲੰਘ, ਦੋ ਸ਼ਬਦ, ਸਾਹਮਣੇ ਅਤੇ ਲੰਘ ਗਿਆ, ਦੋਨਾਂ ਸ਼ਬਦਾਂ ਦਾ ਕੀ ਹੈ? ਆਪਸੀ ਸੰਬੰਧ ਦਰਸਾਉਣ ਵਾਲਾ ਸ਼ਬਦ ਹੈ ਸਾਡਾ ਦੀ। ਸੋ ਇੱਥੇ ਦੀ ਹੈ ਸਾਡਾ ਸੰਬੰਧਕ ਹੈ। ਅੱਛਾ, ਆਹ ਵਾਕ ਹੈ ਜਿਹੜਾ, ਇਹ ਵਾਕ ਨੂੰ ਲਿਖਣ ਦਾ ਇੱਕ ਹੋਰ ਵੀ ਤਰੀਕਾ ਹੈ। ਉਹ ਸਾਡੇ ਸਾਹਮਣਿਓਂ, ਸਾਹਮਣੇ ਦੀ ਨਾ ਲਿਖੇ, ਸਾਹਮਣਿਓਂ ਲਿਖ ਦੇਵੇ। ਸਾਹਮਣਿਓਂ, ਊੜੇ ਦਾ ਮੂੰਹ ਉੱਪਰੋਂ ਖੁੱਲ੍ਹਾ ਹੈ, ਊੜੇ ਨੂੰ ਹੋੜੇ ਦੀ ਮਾਤਰਾ ਲੱਗੀ ਹੋਈ ਹੈ। ਸਾਹਮਣਿਓਂ, ਉਹ ਸਾਡੇ ਸਾਹਮਣਿਓਂ ਲੰਘ ਗਿਆ। ਸਾਹਮਣੇ ਦੀ ਸ਼ਬਦ ਦੀ ਥਾਂ 'ਤੇ ਉਹ ਸਾਡੇ ਸਾਹਮਣਿਓਂ ਲੰਘ ਗਿਆ ਦਾ ਮਤਲਬ ਕੀ ਹੈ? ਮਤਲਬ ਸੇਮ ਹੀ ਹੈ ਕਿ ਉਹ ਸਾਡੇ ਸਾਹਮਣੇ ਦੀ ਲੰਘ ਗਿਆ। ਸੋ ਇਹਦੇ ਵਿੱਚ ਕੀ ਹੈ? ਇੱਕ ਉਸਨੇ ਇੱਕ ਕਾਰਕੀ ਪਿਛੇਤਰ ਜਾਂ ਸੰਬੰਧ ਸੂਚਕ ਪਿਛੇਤਰ ਦੇ ਦਿੱਤਾ। ਹੁਣ ਆਪਾਂ ਕੁਝ ਇਹਨਾਂ ਦੀ ਆਪਾਂ ਗੱਲ ਕਰਨ ਤੋਂ ਪਹਿਲਾਂ ਸੰਬੰਧੀ ਅਤੇ ਸੰਬੰਧਮਾਨ ਦੀ ਗੱਲ ਕਰ ਲਈਏ, ਫਿਰ ਆਪਾਂ ਸਾਡੇ ਸੰਬੰਧ ਸੂਚਕ ਪਿਛੇਤਰ ਨੇ ਜਾਂ ਜਿਨ੍ਹਾਂ ਨੂੰ ਕਾਰਕੀ ਪਿਛੇਤਰ ਵੀ ਕਿਹਾ ਜਾਂਦਾ ਹੈ, ਉਹਨਾਂ ਬਾਰੇ ਆਪਾਂ ਵਿਚਾਰ ਕਰਾਂਗੇ। ਉਹਨਾਂ ਦੀ ਇੱਕ ਲਿਸਟ ਬਣਾਵਾਂਗੇ ਕਿ ਉਹ ਕਿਹੜੇ ਕਿਹੜੇ ਨੇ, ਜਿਨ੍ਹਾਂ ਤੋਂ ਕਈ ਵਾਰੀ ਕੀ ਹੈ ਐਗਜ਼ਾਮੀਨਰ ਸਿੱਧਾ ਸੰਬੰਧਕ ਆਹ ਜਿਹੜਾ ਸ਼ਬਦ ਦੇਣ ਦੀ ਬਜਾਏ ਕੀ ਹੈ, ਇੱਕ ਕਾਰਕੀ ਪਿਛੇਤਰ ਜਾਂ ਸੰਬੰਧ ਸੂਚਕ ਪਿਛੇਤਰ ਨਾਲ ਸੰਬੰਧਿਤ ਇੱਕ ਸ਼ਬਦ ਲਿਖ ਦਿੰਦਾ ਹੈ, ਵਾਕ ਲਿਖ ਦਿੰਦਾ ਹੈ। ਉਹਦੇ ਵਿੱਚੋਂ ਸਾਨੂੰ, ਉਸ ਵਿੱਚੋਂ ਸਾਨੂੰ ਸਾਡਾ ਸੰਬੰਧਕ ਲੱਭਣਾ ਹੁੰਦਾ ਹੈ। ਸੋ ਉਹ ਆਪਾਂ ਨੂੰ ਇਲੈਬੋਰੇਟ ਕਰਕੇ ਉਸ ਨੂੰ ਦੇਖਣਾ ਹੁੰਦਾ ਹੈ, ਵਿਸਤਾਰ ਕਰਕੇ। ਉਹ ਸਾਡੇ ਸਾਹਮਣੇੋਂ ਲੰਘ ਗਿਆ। ਸੋ ਸਾਨੂੰ ਆਪਾਂ ਨੂੰ ਇਹ ਪੁੱਛ ਲਵੇ
ਕਿ ਇਹਦੇ ਵਿੱਚ ਸਾਡਾ ਸੰਬੰਧਕ ਕਿਹੜਾ ਬਣਦਾ ਹੈ, ਤਾਂ ਆਪਾਂ ਜਦੋਂ ਉਸ ਨੂੰ ਇਲੈਬੋਰੇਟ ਵਿਸਤਾਰ ਦੇ ਵਿੱਚ ਬਣਾਵਾਂਗੇ ਤਾਂ ਆਪਾਂ ਬਣਾਵਾਂਗੇ ਉਹ ਸਾਡੇ ਸਾਹਮਣੇ ਦੀ ਲੰਘ ਗਿਆ। ਸੋ ਇਹਦੇ ਵਿੱਚ ਸਾਡਾ ਦੀ ਸੰਬੰਧਕ ਉਜਾਗਰ ਹੋਵੇਗਾ। ਸੋ ਇੱਕ ਲਿਸਟ ਆਪਾਂ ਅੱਗੇ ਬਣਾਉਂਦੇ ਆ ਜਿਹਦੇ ਵਿੱਚ ਸੰਬੰਧ ਸੂਚਕ ਪਿਛੇਤਰ ਤੇ ਸੰਬੰਧਕੀ ਰੂਪ ਦੋਨਾਂ ਦੀ ਚਰਚਾ ਕਰਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਦੋ ਚੀਜ਼ਾਂ ਹੋਰ ਦੇਖ ਲਈਏ। ਇੱਕ ਸਾਡਾ ਸ਼ਬਦ ਨਿਕਲ ਕੇ ਆ ਰਿਹਾ ਸੰਬੰਧੀ ਤੇ ਇੱਕ ਹੈਗਾ ਸਾਡਾ ਸੰਬੰਧਮਾਨ। ਇਹ ਸ਼ਬਦ ਸਾਡੇ ਕੀ ਨੇ? ਸੰਬੰਧਕ ਸ਼ਬਦਾਂ ਦਾ ਸਾਨੂੰ ਪਤਾ ਲੱਗ ਗਿਆ ਜੀ, ਇਹ ਸਾਡੇ ਸੰਬੰਧਕ ਹੈ। ਸੰਬੰਧਕ ਦੀ ਪਰਿਭਾਸ਼ਾ ਤੋਂ ਸਾਨੂੰ ਪੂਰਾ ਗਿਆਨ ਹੋ ਗਿਆ ਹੁਣ ਇਹਦਾ ਵੀ ਐਕਚੁਅਲੀ ਦੇ ਵਿੱਚ ਸੰਬੰਧਕ ਹੈ ਕੀ ਹੈ, ਪਤਾ ਲੱਗ ਗਿਆ ਜੀ ਗੱਲ ਦਾ। ਹੁਣ ਸੰਬੰਧੀ ਤੇ ਸੰਬੰਧਮਾਨ ਕੀ ਹੈ? ਹੁਣ ਕੀ ਹੈ ਕਿ ਜਿਨ੍ਹਾਂ ਸ਼ਬਦਾਂ ਦਾ ਸੰਬੰਧ ਦਰਸਾਇਆ ਜਾਵੇ ਉਹਨਾਂ ਨੂੰ ਕਹਿੰਦੇ ਆ ਸੰਬੰਧੀ, ਤੇ ਜਿਨ੍ਹਾਂ ਦੇ ਨਾਲ ਦਰਸਾਇਆ ਗਿਆ ਉਹਨਾਂ ਨੂੰ ਕਹਿੰਦੇ ਆ ਸੰਬੰਧਮਾਨ। ਜਿਨ੍ਹਾਂ ਸ਼ਬਦਾਂ ਦਾ ਸੰਬੰਧ ਦਰਸਾਇਆ ਜਾਵੇ, ਸ਼ਬਦਾਂ ਦਾ ਸੰਬੰਧ ਦਰਸਾਇਆ ਜਾਵੇ ਉਹਨਾਂ ਨੂੰ ਆਪਾਂ ਕਹਿ ਦਿੰਦੇ ਆ ਜੀ ਇਹ ਸਾਡੇ ਸੰਬੰਧੀ ਆ। ਤੇ ਜਿਨ੍ਹਾਂ ਦੇ ਨਾਲ ਦਰਸਾਇਆ ਜਾਵੇ, ਜਿਨ੍ਹਾਂ ਸ਼ਬਦਾਂ ਨਾਲ ਇੱਥੇ ਦਾ ਤੇ ਇੱਥੇ ਨਾਲ ਸ਼ਬਦਾਂ ਨਾਲ ਸੰਬੰਧ ਦਰਸਾਇਆ ਜਾਵੇ ਉਹ ਹੈ ਜੀ ਸਾਡੇ ਸੰਬੰਧਮਾਨ। ਅੱਛਾ, ਹੁਣ ਇੱਕ ਗੱਲ ਤਾਂ ਆਪਾਂ ਨੂੰ ਇਹਨਾਂ ਸਾਡੇ ਉਦਾਹਰਨਾਂ ਤੋਂ ਪਤਾ ਲੱਗ ਗਈ ਕਿ ਮਤਲਬ ਕੀ ਹੈ ਕਿ ਜਿਹੜਾ ਸਾਡਾ ਸੰਬੰਧੀ ਹੈ ਉਹ ਸੰਬੰਧਕ ਤੋਂ ਪਹਿਲਾਂ ਆਵੇਗਾ ਤੇ ਜਿਹੜਾ ਸੰਬੰਧਮਾਨ ਹੈ ਉਹ ਸੰਬੰਧਕ ਤੋਂ ਪਿੱਛੋਂ ਆਵੇਗਾ। ਆਮ ਕਰਕੇ ਸਧਾਰਨ ਜੇ ਵਾਕਾਂ ਦੇ ਵਿੱਚ ਜੇ ਤੁਸੀਂ ਵੇਖੀਏ ਇੱਕ ਦੋ ਕੇਸਾਂ ਨੂੰ ਛੱਡ ਕੇ ਸਧਾਰਨ ਸ਼ਬਦਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਜੇ ਆਪਾਂ ਸਾਡੇ ਲੈਵਲ ਦੀ ਗੱਲ ਕਰੀਏ ਉਹਦੇ ਵਿੱਚ ਕੀ ਹੈ ਕਿ ਸੰਬੰਧੀ ਹੈ ਜਿਹੜਾ ਉਹ ਸੰਬੰਧਕ ਤੋਂ ਪਹਿਲਾਂ ਹੈ ਤੇ ਜਿਹੜਾ ਸਾਡਾ ਸੰਬੰਧਮਾਨ ਹੈ ਉਹ ਸਾਡਾ ਸੰਬੰਧਕ ਤੋਂ ਪਿੱਛੋਂ ਹੈ। ਅੱਛਾ, ਹੁਣ ਇਹਦੇ ਵਿੱਚ ਮੰਨ ਲਓ ਕਿ ਨੇ ਸਾਡਾ ਸੰਬੰਧਕ ਹੈ। ਨੇ ਸੰਬੰਧਕ ਵਾਸਤੇ ਸੰਬੰਧੀ ਹੈ ਸਾਡਾ ਅਧਿਆਪਕ ਤੇ ਵਿਦਿਆਰਥੀ ਹੈ ਇਸ ਦਾ ਸੰਬੰਧਮਾਨ। ਨੇ ਸਾਡਾ ਸੰਬੰਧਕ ਹੈ, ਨੇ ਦਾ ਸੰਬੰਧੀ ਅਧਿਆਪਕ ਹੈ ਤੇ ਨੇ ਦਾ ਸੰਬੰਧਮਾਨ ਹੈ ਵਿਦਿਆਰਥੀ। ਉਸੇ ਪ੍ਰਕਾਰ ਨਾਲ ਹੀ ਨੂੰ ਸ਼ਬਦ ਵੀ ਸਾਡਾ ਸੰਬੰਧਕ ਹੈ ਨਾ। ਸੋ ਨੂੰ ਸ਼ਬਦ ਤੋਂ ਪਹਿਲਾਂ ਜਿਹੜਾ ਆਇਆ ਉਹ ਸਾਡਾ ਸੰਬੰਧੀ ਹੈ ਤੇ ਉਸ ਤੋਂ ਬਾਅਦ ਜੋ ਆਇਆ ਹੈ ਉਹ ਸਾਡਾ ਸੰਬੰਧਮਾਨ ਹੈ। ਇੱਕ ਵਾਕ ਦੇ ਵਿੱਚ ਇੱਕ ਤੋਂ ਦੋ ਵੱਧ ਸੰਬੰਧਕ ਹੋ ਸਕਦੇ ਨੇ, ਕੋਈ ਦਿੱਕਤ ਨਹੀਂ ਹੈ, ਇਹ ਦੇਖ ਲਵੋ ਕੋਈ ਦਿੱਕਤ ਨਹੀਂ ਹੈ। ਇਸ ਕਰਕੇ ਅਗਰ ਸਧਾਰਨ ਜਾਂ ਅਗਰ ਇਹਦਾ ਇੱਕ ਵੇਖਿਆ ਜਾਵੇ ਸੂਤਰ ਤਾਂ ਸਧਾਰਨ ਸੂਤਰ ਨਿਕਲ ਕੇ ਆ ਰਿਹਾ ਹੈ ਕਿ ਸੰਬੰਧੀ ਪਹਿਲਾਂ ਦਿੱਤਾ ਹੋਇਆ ਹੈ, ਉਸ ਤੋਂ ਬਾਅਦ ਸੰਬੰਧਮਾਨ ਹੈ, ਉਸ ਤੋਂ ਬਾਅਦ ਸੰਬੰਧਕ ਹੈ ਜੀ, ਤੇ ਉਸ ਤੋਂ ਬਾਅਦ ਹੈ ਜੀ ਸਾਡਾ ਸੰਬੰਧਮਾਨ। ਸੋ ਇਹ ਵੀ ਥੋੜ੍ਹਾ ਜਿਹਾ ਧਿਆਨ ਰੱਖਣ ਦੇ ਵਿੱਚ ਗੱਲ ਹੈ ਕਿ ਮਤਲਬ ਕੀ ਹੈ ਕਿ ਜੋ ਸਾਡੇ ਸੰਬੰਧੀ ਸ਼ਬਦ ਨੇ ਉਹ ਸੰਬੰਧਕ ਤੋਂ ਪਹਿਲਾਂ ਆਉਂਦੇ ਨੇ ਤੇ ਜੋ ਸਾਡੇ ਸੰਬੰਧਮਾਨ ਸ਼ਬਦ ਨੇ ਉਹ ਸੰਬੰਧਕ ਤੋਂ ਬਾਅਦ ਵਿੱਚ ਆਉਂਦੇ ਨੇ। ਇਹ ਗੱਲ ਅਸੀਂ ਖਾਸ ਕਰਕੇ ਧਿਆਨ ਰੱਖਣੀ ਹੈ। ਹੁਣ ਆਪਾਂ ਗੱਲ ਕਰਾਂਗੇ ਜੀ ਸੰਬੰਧ ਸੂਚਕ ਪਿਛੇਤਰ ਜਾਂ ਕਾਰਕੀ ਪਿਛੇਤਰ। ਆ ਸਾਹਮਣੇ ਵਾਲੇ ਉਦਾਹਰਨ ਨੂੰ ਲੈ ਕੇ ਅੱਗੇ ਹੋਰ ਆਪਾਂ ਲਿਸਟ ਬਣਾਉਣੇ ਆ ਇਹਨਾਂ ਦੀ। ਗੱਲ ਕਰੀਏ ਜੀ ਸਾਡੇ ਸੰਬੰਧ ਸੂਚਕ ਪਿਛੇਤਰਾਂ ਦੀ ਜਾਂ ਕਾਰਕੀ ਪਿਛੇਤਰਾਂ ਦੀ ਤੇ ਉਹਨਾਂ ਦੇ ਅੱਗੇ ਸੰਬੰਧਕੀ ਰੂਪਾਂ ਦੀ। ਦੇਖੋ ਕੀ ਹੈ, ਗੱਲ ਕੀ ਹੈ ਵੀ ਜਿਹੜੇ ਸਾਡੇ ਸੰਬੰਧ ਸੂਚਕ ਪਿਛੇਤਰ ਹਨ ਇਹ ਸ਼ਬਦ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਸ਼ਬਦ ਦੇ ਮਗਰ ਕੁਝ ਅਜਿਹਾ ਪਿਛੇਤਰ ਲੱਗਿਆ ਹੋਇਆ ਹੈ। ਪਿਛੇਤਰ ਸ਼ਬਦ ਨੇ ਜਿਹੜੇ ਸਾਡੇ ਪ੍ਰੈਫਿਕਸ ਉਹ ਸਾਡਾ ਮਤਲਬ ਕੀ ਹੈ ਸ਼ਬਦ ਦੇ ਪਿੱਛੇ ਲੱਗਦਾ ਹੈ, ਸ਼ਬਦ ਤੋਂ ਮਗਰੋਂ ਲੱਗਦਾ ਹੈ। ਸੋ ਕਿਸੇ ਸ਼ਬਦ ਦੇ ਪਿੱਛੇ ਕੋਈ ਸ਼ਬਦ ਜਾਂ ਅਜਿਹੀ ਸੂਚਨਾ ਲੱਗੀ ਹੋਈ ਹੈ ਜਿਹਦੇ ਤੋਂ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਇਹਨਾਂ ਸ਼ਬਦਾਂ ਦੇ ਵਿੱਚ ਕੋਈ ਨਾ ਕੋਈ ਸੰਬੰਧਕ ਛੁਪਿਆ ਹੋਇਆ ਹੈ। ਐਗਜ਼ਾਮੀਨਰ ਦੀ ਮਰਜ਼ੀ ਹੈ ਕਿ ਉਹ ਸੰਬੰਧ ਸੂਚਕ ਪਿਛੇਤਰ ਦੇ ਕੇ ਸਾਨੂੰ ਪ੍ਰਸ਼ਨ ਪੁੱਛਣਾ ਚਾਹੁੰਦਾ ਹੈ ਸੰਬੰਧਕ ਸੰਬੰਧੀ ਜਾਂ ਉਹਦੇ ਸੰਬੰਧਕੀ ਰੂਪ ਵਿੱਚ। ਜੋ ਆਪਾਂ ਸਧਾਰਨ ਸੰਬੰਧਕ ਪੜ੍ਹਦੇ ਹਾਂ ਉਹ ਸੰਬੰਧਕੀ ਰੂਪ ਹੀ ਹੁੰਦੇ ਨੇ। ਪਰ ਕੀ ਹੈ ਸੰਬੰਧ ਸੂਚਕ ਪਿਛੇਤਰ ਕੀ ਹੈ ਕਿ ਪਿਛੇਤਰਾਂ ਦੇ ਰਾਹੀਂ ਸੰਬੰਧਕ ਦੀ ਸੂਚਨਾ ਮਿਲਣੀ। ਸਾਨੂੰ ਥੋੜ੍ਹੀ ਜਿਹੀ ਇੱਕ ਮਤਲਬ ਕਿ ਸੈਂਸ ਲੱਗਣਾ ਕਿ ਅੱਛਾ ਠੀਕ ਹੈ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਸੰਬੰਧਕ ਛੁਪਿਆ ਹੋਇਆ ਹੈ। ਦੇਖੋ ਕਿਵੇਂ, ਇਹਨੂੰ ਕਹਿੰਦੇ ਆ ਸੰਯੋਗਾਤਮਕ ਭਾਸ਼ਾ। ਪੰਜਾਬੀ ਹੈ ਜਿਹੜੀ ਇਹ ਕਿਤੇ ਨਾ ਕਿਤੇ ਸਾਡੀ ਸੰਯੋਗਾਤਮਕ ਭਾਸ਼ਾ ਵੀ ਹੈ ਜਿਹਦੇ ਵਿੱਚ ਕੀ ਹੈ ਕਿ ਇੱਕ ਅੱਖਰ ਤੋਂ ਦੋ ਅੱਖਰ ਬਣ ਜਾਂਦੇ ਨੇ। ਵੇਖੋ ਕਿਵੇਂ, ਸੰਯੋਜਨ ਦੇ ਰੂਪ ਵਿੱਚ ਹੈ ਅੱਖੀ,
ਅੱਖੀ ਡਿੱਠਾ ਮਤਲਬ ਅੱਖਾਂ ਨਾਲ ਦੇਖਿਆ, ਡਿੱਠਾ ਹੁੰਦਾ ਮਤਲਬ ਦੇਖਣਾ। ਇਹਦਾ ਮਤਲਬ ਕੀ ਹੋਇਆ? ਅੱਖੀ ਡਿੱਠਾ। ਸੋ ਅੱਖੀ ਜਿਹੜਾ ਸ਼ਬਦ ਹੈ ਇਹ ਸਾਡਾ, ਇਹਦੇ ਮਗਰ ਜਿਹੜਾ ਅੱਖ ਦੇ ਮਗਰ ਜੋ ਬਿਹਾਰੀ ਤੇ ਬਿੰਦੀ ਲੱਗੀ ਹੋਈ ਹੈ ਅੱਖੀ, ਇਹ ਸਾਡਾ ਸਾਨੂੰ ਇੱਕ ਸੂਚਨਾ ਦੇ ਰਿਹਾ ਹੈ ਕਿ ਅੱਖ ਸ਼ਬਦ ਦੇ ਮਗਰ ਇੱਕ ਸੰਬੰਧਕ ਹੈ ਜਿਹਦਾ ਨਾਮ ਹੈ ਨਾਲ, ਅੱਖਾਂ ਨਾਲ ਡਿੱਠਾ। ਜੇ ਇਹਨੂੰ ਐਲੈਬੋਰੇਟ ਕਰਕੇ ਵਿਸਤਾਰ ਨਾਲ ਲਿਖਿਆ ਜਾਵੇ ਤਾਂ ਆਪਾਂ ਇਵੇਂ ਹੀ ਲਿਖਾਂਗੇ ਨਾ, ਅੱਖਾਂ ਨਾਲ ਡਿੱਠਾ। ਡਿੱਠਾ ਦਾ ਭਾਵ ਹੁੰਦਾ ਦੇਖਿਆ। ਤੁਹਾਡੇ ਐਗਜ਼ਾਮ ਦੇ ਵਿੱਚ ਹੈ ਕਿ ਅਣਡਿੱਠੇ ਪਹਿਰੇ ਵਿੱਚੋਂ, ਅਣਡਿੱਠਾ ਮਤਲਬ ਜਿਹੜਾ ਕਿਤੇ ਨਹੀਂ ਦੇਖਿਆ ਹੋਵੇ ਉਹਨੂੰ ਅਣਡਿੱਠਾ ਕਹਿ ਦਿੰਦੇ ਆ। ਹੱਥੀਂ ਚੂੜੀਆਂ ਪਾਈਆਂ, ਉਹ ਹੱਥੀਂ ਸ਼ਬਦ ਹੈ ਜਿਹੜਾ ਸਾਡਾ, ਇਹਦੇ ਤੋਂ ਸਾਨੂੰ ਇੱਕ ਮਤਲਬ ਕੀ ਹੈ, ਇੱਕ ਸਾਡਾ ਸੰਬੰਧ ਸੂਚਕ ਪਿਛੇਤਰ ਹੈ। ਸੋ ਇਹਦੇ ਵਿੱਚ ਕੀ ਹੈ ਸਾਡਾ, ਕੀ ਹੈ ਸੰਬੰਧਕ, ਕੀ ਹੈ ਸੰਬੰਧਕੀ ਰੂਪ, ਕੀ ਹੈ ਹੱਥਾਂ ਵਿੱਚ ਚੂੜੀਆਂ ਪਾਈਆਂ। ਇੰਨਾ ਸੈਂਸ ਤਾਂ ਲਾ ਹੀ ਸਕਦੇ ਆ ਨਾ ਵੀ ਆਪਾਂ ਹੱਥੀਂ ਚੂੜੀਆਂ ਪਾਈਆਂ, ਮੰਨ ਲਓ ਇਹਦੇ ਵਿੱਚੋਂ ਪੁੱਛ ਲਵੇ ਕਿ ਸੰਬੰਧਕ ਕਿਹੜਾ ਹੈ, ਤੇ ਆਪਾਂ ਲਾ ਸਕਦੇ ਹਾਂ ਵੀ ਹੱਥਾਂ ਨਾਲ ਚੂੜੀਆਂ ਪਾਈਆਂ। ਨਹੀਂ ਜੀ, ਆਪਾਂ ਕਹਿੰਦੇ ਆ ਕਿ ਤੇਰੇ ਕੀ ਹੱਥੀਂ ਚੂੜੀਆਂ ਪਾਈਆਂ, ਵੀ ਤੇਰੇ ਕੀ ਹੱਥਾਂ ਵਿੱਚ ਚੂੜੀਆਂ ਪਾਈਆਂ, ਹੱਥਾਂ ਰਾਹੀਂ ਚੂੜੀਆਂ ਪਾਈਆਂ। ਨਹੀਂ ਜੀ, ਜਦੋਂ ਹੱਥੀਂ ਸ਼ਬਦ ਆ ਜਾਂਦਾ ਹੈ ਉਦੋਂ ਮਤਲਬ ਪੱਕਾ ਹੈ ਕਿ ਜਿਹੜਾ ਵਿੱਚ ਸ਼ਬਦੀ ਸੰਬੰਧਕ ਹੋਵੇਗਾ, ਹੱਥਾਂ ਵਿੱਚ ਚੂੜੀਆਂ ਪਾਈਆਂ। ਘਰੋਂ ਦੂਰ, ਘਰ ਰਾਹੀਂ ਦੂਰ, ਘਰ ਨਾਲ ਦੂਰ, ਇਹ ਥੋੜ੍ਹਾ ਬਣਦਾ ਹੈ ਨਾ। ਘਰੋਂ ਦੂਰ ਮਤਲਬ ਘਰ ਤੋਂ ਦੂਰ, ਘਰ ਸੇ ਦੂਰ। ਸ਼ਹਿਰੀ ਵਸਦੇ ਲੋਕ, ਸ਼ਹਿਰੀ ਮਤਲਬ ਸ਼ਹਿਰਾਂ ਨਾਲ ਵਸਦੇ ਨਹੀਂ, ਸ਼ਹਿਰਾਂ ਵਿੱਚ ਵਸਦੇ ਲੋਕ। ਸ਼ਹਿਰੀ ਵਸਦੇ ਲੋਕ ਦਾ ਮਤਲਬ ਸ਼ਹਿਰ ਵਿੱਚ ਵਸਦੇ ਲੋਕ, ਸ਼ਹਿਰ ਵਿੱਚ ਵਸਦੇ ਲੋਕ। ਇਹ ਸਾਡਾ ਕੀ ਹੈ, ਜੋ ਸਾਡਾ ਇਹ ਸੰਬੰਧਕ ਹੈ, ਸੰਬੰਧ ਸੂਚਕ ਪਿਛੇਤਰ ਤੋਂ ਸੰਬੰਧਕ ਸਾਡਾ ਨਿਕਲ ਕੇ ਆਇਆ ਵਿੱਚ। ਮੰਜਿਓ, ਉਹ ਮੰਜਿਓ ਉੱਠਿਆ, ਮਤਲਬ ਕੀ ਹੈ ਕਿ ਉਹ ਮੰਜੇ ਤੋਂ ਉੱਠਿਆ। ਕੋਠਿਓਂ, ਕੋਠਿਓਂ ਡਿੱਗਾ, ਮੰਨ ਲਓ ਕਹਿ ਦਈਏ ਕਿ ਬੱਚਾ ਕੋਠਿਓਂ ਡਿੱਗ ਪਿਆ। ਕੋਠਿਓਂ ਦਾ ਮਤਲਬ ਕੀ ਹੈ, ਕੋਠੇ ਤੋਂ ਡਿੱਗ ਪਿਆ। ਪੈਰੀਂ ਦਾ ਮਤਲਬ ਹੁੰਦਾ ਪੈਰਾਂ ਵਿੱਚ, ਉਹ ਪੈਰੀਂ ਡਿੱਗ ਪਿਆ, ਪੈਰਾਂ ਵਿੱਚ ਡਿੱਗ ਪਿਆ। ਪੈਰੀਂ ਝਾਂਜਰਾਂ ਪਾਈਆਂ, ਪੈਰਾਂ ਵਿੱਚ ਝਾਂਜਰਾਂ ਪਾਈਆਂ, ਹੈ ਨਾ। ਧੁੱਪੇ ਦਾ ਮਤਲਬ ਹੁੰਦਾ ਧੁੱਪ ਵਿੱਚ, ਉਹ ਧੁੱਪੇ ਬੈਠਾ ਸੀ। ਮਤਲਬ ਕੀ ਹੈ, ਜਦੋਂ ਧੁੱਪੇ ਸ਼ਬਦ ਆ ਜਾਵੇ, ਉਹ ਇਹ ਮੰਨ ਲਓ ਵਾਕ ਲਿਖ ਦੇਵੇ ਐਗਜ਼ਾਮੀਨਰ, ਮੰਨ ਲਓ ਇਹ ਇੱਕ ਵਾਕ ਲਿਖੇ ਕਿ ਉਹ ਧੁੱਪੇ ਬੈਠਾ ਸੀ, ਇਹਦੇ ਵਿੱਚ ਸੰਬੰਧਕ ਕਿਹੜਾ, ਤਾਂ ਤੁਸੀਂ ਦੇਖਿਓ ਕਿ ਇੱਕ ਤਾਂ ਹੈਗਾ ਉਹਦਾ ਸਾਨੂੰ ਪਤਾ ਲੱਗ ਗਿਆ ਕਿ ਧੁੱਪੇ ਸ਼ਬਦ ਹੈ ਜਿਹੜਾ, ਇਹ ਧੁੱਪ ਸ਼ਬਦ ਤੋਂ ਅੱਗੇ ਸੰਬੰਧ ਸੂਚਕ ਪਿਛੇਤਰ ਹੈ, ਧੁੱਪ ਤੋਂ ਅੱਗੇ ਬਣਾਇਆ ਹੈ ਧੁੱਪੇ, ਸੰਬੰਧਕੀ ਰੂਪ ਹੈ, ਸੰਬੰਧ ਸੂਚਕ ਪਿਛੇਤਰ ਹੈ। ਆਪਾਂ ਇਹਦਾ ਕੀ ਬਣਾਵਾਂਗੇ ਕਿ ਉਹ ਧੁੱਪ ਨਾਲ ਬੈਠਾ ਸੀ, ਧੁੱਪ ਲਈ ਬੈਠਾ ਸੀ, ਐਵੇਂ ਤਾਂ ਨਹੀਂ। ਆਪਾਂ ਕਹਿੰਦੇ ਉਹ ਧੁੱਪ ਵਿੱਚ ਬੈਠਾ ਸੀ ਜਾਂ ਧੁੱਪ 'ਚ ਬੈਠਾ ਸੀ। ਘਰੀਂ, ਘਰਾਂ ਵਿੱਚ। ਤੈਥੋਂ, ਤੇਰੇ ਤੋਂ ਜਾਂ ਤੇਰੇ ਕੋਲੋਂ, ਤੈਥੋਂ ਇਹ ਕੰਮ ਨਹੀਂ ਹੋਣਾ ਮੰਨ ਲਓ, ਹੈ ਨਾ। ਸੋ ਇਹਦੇ ਵਿੱਚ ਤੇਰੇ ਕੀ ਹੈ, ਸਾਡਾ ਪੜਨਾਵ ਹੈ। ਤੇਰੇ ਤੋਂ ਬਾਅਦ ਤੇਰੇ ਤੋਂ ਜਾਂ ਕੋਲੋਂ, ਇਹ ਤੇਰੇ ਤੇ ਤੋਂ ਦੋ ਸ਼ਬਦ ਜਦੋਂ ਮਿਲੇ ਤਾਂ ਸਾਡਾ ਸ਼ਬਦ ਨਿਕਲ ਕੇ ਆਉਂਦਾ ਹੈ ਤੈਥੋਂ। ਇਹ ਵੀ ਆਪਾਂ ਦੇਖਾਂਗੇ ਕਿ ਪੜਨਾਵ ਦੇ ਰੂਪਾਂ ਤੋਂ, ਜਿਵੇਂ ਮੈਥੋਂ, ਮੈਨੂੰ, ਇਹ ਸ਼ਬਦ ਕਿਵੇਂ ਬਣਦੇ ਨੇ। ਇਹ ਸਾਡੇ ਸੰਬੰਧਕ ਨੇ ਇੱਕ ਤਰ੍ਹਾਂ ਦੇ, ਇਹ ਨੇ ਸਾਡੇ ਜੀ ਸੰਬੰਧ ਸੂਚਕ ਪਿਛੇਤਰ, ਜਾਂ ਜਿਨ੍ਹਾਂ ਨੂੰ ਕਾਰਕੀ ਪਿਛੇਤਰ ਕਿਹਾ ਜਾਂਦਾ ਹੈ। ਇਹਨਾਂ ਤੋਂ ਬਾਅਦ ਸਾਡਾ ਕੀ ਹੈ, ਇਹ ਸੰਬੰਧਕੀ ਰੂਪ ਨੇ। ਜਦੋਂ ਆਪਾਂ ਜੋ ਸਾਡੇ ਸੰਬੰਧ ਸੂਚਕ ਪਿਛੇਤਰ ਨੇ ਉਹਨਾਂ ਦਾ ਆਪਾਂ ਜਦੋਂ ਵਿਸਤਾਰ ਕਰਕੇ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਉਹਨਾਂ ਦੇ ਸੰਬੰਧਕੀ ਰੂਪ ਕੁਝ ਇਸ ਤਰ੍ਹਾਂ ਨਿਕਲ ਕੇ ਆਉਂਦੇ ਨੇ। ਇੱਕ ਉਦਾਹਰਣ ਵੀ ਜਿਹੜਾ ਮੈਂ ਲਿਖਿਆ ਸੀ, ਉਸ ਤੋਂ ਬਾਅਦ ਮੰਨ ਲਓ ਕੀ ਆ ਕਿ ਮੈਂ ਪਟਿਆਲਿਓਂ ਆਇਆ ਹਾਂ। ਜਿਵੇਂ ਮੰਨ ਲਓ ਐਗਜ਼ਾਮਪਲ ਆ ਗਿਆ ਕਿ ਮੈਂ ਪਟਿਆਲਿਓਂ ਆਇਆ ਹਾਂ। ਸੋ ਇਹਦਾ ਸੰਬੰਧਕੀ ਰੂਪ ਕੀ ਬਣਦਾ ਹੈ ਕਿ ਮੈਂ ਪਟਿਆਲੇ ਤੋਂ ਆਇਆ ਹਾਂ। ਸੋ ਇਹ ਆਪਾਂ ਧਿਆਨ ਦੇ ਵਿੱਚ ਰੱਖਣਾ, ਸਾਡਾ ਸੰਬੰਧ ਸੂਚਕ ਪਿਛੇਤਰ ਤੇ ਉਸ ਦਾ ਸੰਬੰਧਕੀ ਰੂਪ। ਹੁਣ ਆਪਾਂ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖਣੀ ਹੈ ਕਿ ਕਈ ਵਾਰੀ ਤੁਸੀਂ ਦੇਖਿਆ ਹੋਣਾ, ਕਈ ਵਾਕ ਦੇ ਵਿੱਚ ਨਾ, ਵਾਕਾਂ 'ਚ ਸਾਨੂੰ ਭੁਲੇਖਾ ਪੈ ਜਾਂਦਾ ਵੀ ਇਹ ਵਾਕ ਸਾਡਾ ਕਿਰਿਆ ਵਿਸ਼ੇਸ਼ਣ ਹੈ ਕਿ ਇਹ ਸਾਡਾ ਸੰਬੰਧਕ ਹੈ। ਕਿਉਂਕਿ ਪਤਾ ਗੱਲ ਕੀ ਹੈ ਕਿ ਜੋ ਸਾਡੀਆਂ ਸ਼ਬਦ ਸ਼੍ਰੇਣੀਆਂ ਹਨ ਨਾ, ਉਹਨਾਂ ਦੇ ਵਿੱਚ ਜੋ ਸ਼ਬਦ ਹਨ, ਉਹ ਸ਼ਬਦ ਜ਼ਰੂਰੀ ਨਹੀਂ ਕਿ ਇੱਕੋ ਹੀ ਸ਼ਬਦ ਸ਼੍ਰੇਣੀ ਦੀ ਭੂਮਿਕਾ ਅਦਾ ਕਰੇ, ਇੱਕੋ ਹੀ ਸ਼ਬਦ ਸ਼੍ਰੇਣੀ ਦੇ ਵਿੱਚ ਆਪਦਾ ਰੋਲ ਨਿਭਾਵੇ। ਉਹ ਕੀ ਹੈ, ਕਿਸੇ ਦੂਸਰੀ ਸ਼੍ਰੇਣੀ ਦੇ ਵਿੱਚ ਵੀ ਆਪਣਾ ਰੋਲ ਅਦਾ ਕਰ ਸਕਦਾ ਹੈ। ਇਹਦੀ ਕੋਈ ਸ਼ਰਤ ਨਹੀਂ ਹੈ ਕਿ ਜਿਹੜਾ ਮੰਨ ਲਓ ਸ਼ਬਦ ਜਿਹੜੀ ਸ਼ਬਦ ਸ਼੍ਰੇਣੀ 'ਚ ਆ ਗਿਆ ਉਹ ਕਿਸੇ ਹੋਰ 'ਚ ਨਹੀਂ ਆ ਸਕਦਾ। ਇਹਦੀ ਕੋਈ ਲਾਜ਼ਮੀ ਸ਼ਰਤ ਨਹੀਂ ਹੈ, ਇਹਦੇ ਵਿੱਚ ਹੋ ਸਕਦਾ ਹੈ। ਦੇਖੋ ਕਿਵੇਂ, ਕਿਉਂਕਿ ਕਈ ਵਾਰੀ ਤੁਹਾਡੇ ਵਿਆਕਰਨਾਂ ਦੇ ਵਿੱਚ ਤੁਸੀਂ ਦੇਖ ਲਿਓ, ਇਹ ਮੈਂ ਵੀ ਨੋਟ ਕੀਤੀ ਗੱਲ। ਸੋ ਮੈਂ ਕਿਹਾ ਵੀ ਚਲੋ ਇਹ ਵੀ ਵਿਦਿਆਰਥੀਆਂ ਨੂੰ ਦੱਸਾਂਗੇ ਆਪਾਂ ਕਿ ਇਹ ਗੱਲ ਤੁਸੀਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣੀ ਹੈ ਕਿ ਜਿਵੇਂ
ਤੋਂ ਬਾਹਰ, ਦੇ ਅੰਦਰ, ਇਹ ਸ਼ਬਦ ਨੇ ਸਾਡੇ। ਤੋਂ ਬਾਅਦ ਬਾਹਰ ਲੱਗਿਆ ਹੈ, ਦੇ ਤੋਂ ਬਾਅਦ ਅੰਦਰ ਲੱਗਿਆ ਹੈ। ਇਹ ਕੀ ਹੈ? ਇਹ ਸਾਡੇ ਸੰਬੰਧਕ ਹਨ, ਇਹ ਸਾਡੇ ਸੰਬੰਧਕ ਹਨ। ਪਰ ਅੰਦਰ ਤੇ ਬਾਹਰ ਕਿਤੇ ਇਹ ਸਾਡੇ ਕਿਰਿਆ ਵਿਸ਼ੇਸ਼ਣ ਵੀ ਤਾਂ ਹਨ। ਵੀ ਕਿਰਿਆ ਵਿਸ਼ੇਸ਼ਣ ਆਪਾਂ ਪੜ੍ਹਿਆ, ਉਹਦੇ ਵਿੱਚ ਅੰਦਰ ਤੇ ਬਾਹਰ ਆਪਾਂ ਪੜ੍ਹਿਆ ਸਥਾਨਵਾਚੀ ਜਿਹੜਾ ਸਾਡਾ ਕਿਰਿਆ ਵਿਸ਼ੇਸ਼ਣ ਹੈ। ਸੋ ਇਹਦੇ ਵਿੱਚ ਗੱਲ ਕੀ ਹੈ? ਇਹਦੇ ਵਿੱਚ ਦੇਖੋ ਉਦਾਹਰਨਾਂ ਮੈਂ ਕੁਝ ਲਿਖਦਾ ਹਾਂ। ਜਿਵੇਂ ਉਦਾਹਰਣ ਹੈ ਕਿ ਪਿਤਾ ਜੀ ਬਾਹਰ ਗਏ ਹਨ, ਇਹ ਹੈ ਜੀ। ਇਹਦੇ ਵਿੱਚ ਇਹ ਸਾਡਾ ਬਾਹਰ ਸ਼ਬਦ ਹੈ, ਇਹ ਸਾਡਾ ਕਿਰਿਆ ਵਿਸ਼ੇਸ਼ਣ ਹੈ। ਜਾਣ ਦੀ ਕਿਰਿਆ ਬਾਹਰ ਨੂੰ ਹੈ ਨਾ, ਕਿਰਿਆ ਵਿਸ਼ੇਸ਼ਣ ਹੈ। ਠੀਕ ਹੈ ਜੀ। ਹੁਣ ਮੈਂ ਇੱਕ ਹੋਰ ਇਸੇ ਉਦਾਹਰਣ ਨੂੰ ਥੋੜ੍ਹਾ ਜਿਹਾ ਲਿਖਾਂ ਕਿ ਪਿਤਾ ਜੀ ਘਰ ਤੋਂ, ਜਾਂ ਇਹਦੀ ਥਾਂ 'ਤੇ ਮੈਂ ਘਰੋਂ ਵੀ ਲਿਖ ਸਕਦਾ ਸੀ, ਹੈ ਨਾ, ਸੰਬੰਧ ਸੂਚਕ ਪਿਛੇਤਰ ਵੀ ਲਿਖ ਸਕਦਾ ਸੀਗਾ। ਪਿਤਾ ਜੀ ਬਾਹਰ ਗਏ ਹਨ, ਜਾਂ ਪਿਤਾ ਜੀ ਘਰੋਂ ਜਾਂ ਘਰ ਤੋਂ ਬਾਹਰ ਗਏ ਹਨ, ਬਾਹਰ ਗਏ ਹਨ। ਠੀਕ ਹੈ ਜੀ। ਹੁਣ ਹੋਰ ਇੱਕ ਉਦਾਹਰਣ ਕਿ ਉਹ ਅੰਦਰ ਚਲਾ ਗਿਆ, ਅੰਦਰ ਚਲਾ ਗਿਆ। ਦੂਸਰੀ ਗੱਲ, ਉਹ ਕਮਰੇ ਦੇ ਅੰਦਰ ਚਲਾ ਗਿਆ। ਹੁਣ ਜਿਹੜੇ ਅੰਦਰ ਅਤੇ ਬਾਹਰ, ਇਹ ਜਿਹੜੇ ਸਾਡੇ ਸ਼ਬਦ ਨੇ, ਇਹ ਕਿਰਿਆ ਵਿਸ਼ੇਸ਼ਣ ਹਨ। ਇਹਦੇ ਵਿੱਚ ਬਾਹਰ ਗਏ ਹਨ, ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ਹੈ। ਪਰ ਜਿਹੜਾ ਮੈਂ ਦੂਸਰੇ ਜੋ ਮੇਰਾ ਵਾਕ ਜੋ ਮੈਂ ਲਿਖਿਆ ਹੈ, ਇਹਦੇ ਵਿੱਚ ਲਿਖਿਆ ਹੈ ਕਿ ਪਿਤਾ ਜੀ ਘਰ ਤੋਂ ਬਾਹਰ ਗਏ ਹਨ। ਸੋ ਇਹਦੇ ਵਿੱਚ ਕੀ ਹੈ ਕਿ ਘਰੋਂ ਜਾਂ ਘਰ ਤੋਂ, ਜਦੋਂ ਤੋਂ ਸ਼ਬਦ ਆ ਗਿਆ, ਤੋਂ ਸਾਡਾ ਸੰਬੰਧਕ ਹੈ, ਉਹਦੇ ਨਾਲ ਸਾਡਾ ਬਾਹਰ ਸ਼ਬਦ ਹੈ, ਇਹ ਵੀ ਸਾਡਾ ਸੰਬੰਧਕ ਹੈ। ਘਰ ਤੋਂ ਬਾਹਰ ਗਏ ਹਨ। ਸੋ ਮੈਂ ਗੱਲ ਕਰ ਰਿਹਾ ਸੀ ਕਿ ਕਿਸੇ ਮੰਨ ਲਓ ਕਿਸੇ ਵੀ ਸ਼ਬਦ ਸ਼੍ਰੇਣੀ ਦੇ ਵਿੱਚ ਇੱਕ ਸ਼ਬਦ ਮੰਨ ਲਓ ਕਿ ਬਾਹਰ ਸ਼ਬਦ ਹੈ ਜਿਹੜਾ, ਉਹ ਇੱਕ ਸਮੇਂ ਕਿਰਿਆ ਵਿਸ਼ੇਸ਼ਣ ਦੀ ਭੂਮਿਕਾ ਵੀ ਨਿਭਾ ਰਿਹਾ ਹੈ, ਪਰ ਉਹ ਇੱਕ ਬਿਲਕੁਲ ਦੂਸਰੇ ਵਾਕ ਦੇ ਵਿੱਚ ਸੰਬੰਧਕ ਦੀ ਭੂਮਿਕਾ ਵੀ। ਕਿਉਂਕਿ ਮੈਂ ਤੁਹਾਨੂੰ ਕਿਹਾ ਵੀ ਸੰਬੰਧਕ ਇਕੱਠੇ ਵੀ ਆ ਜਾਂਦੇ ਨੇ, ਸੰਯੁਕਤ ਰੂਪ ਦੇ ਵਿੱਚ ਵੀ ਆ ਜਾਂਦੇ ਨੇ, ਹੈ ਨਾ। ਉਸਨੇ ਮੈਨੂੰ ਮੋਹਣ ਦੇ ਰਾਹੀਂ ਸੁਨੇਹਾ ਭੇਜਿਆ, ਦੇ ਤੇ ਰਾਹੀਂ ਦੋਨੋਂ ਸ਼ਬਦ ਸਾਡੇ ਸੰਬੰਧਕ ਨੇ, ਸੰਯੁਕਤ ਰੂਪ ਦੇ ਵਿੱਚ ਵੀ ਆ ਸਕਦੇ ਨੇ। ਇੱਥੇ ਕੀ ਹੈ? ਤੋਂ ਤੇ ਬਾਹਰ। ਕਿਉਂਕਿ ਤੁਸੀਂ ਦੇਖ ਲਿਓ ਤੁਹਾਡੇ ਵਿਆਕਰਣਾਂ ਦੇ ਵਿੱਚ ਬਾਹਰ, ਅੰਦਰ, ਉੱਤੇ, ਹੇਠਾਂ, ਇਹ ਕੀ ਹੈ? ਇਹ ਸੰਬੰਧਕਾਂ ਦੇ ਵਿੱਚ ਵੀ ਲਿਖ ਰੱਖੇ ਨੇ। ਪਰ ਇਹਨਾਂ ਦਾ ਵਾਕ ਦੇ ਵਿੱਚ ਵਿਚਰਨ ਦਾ ਤਰੀਕਾ ਕੀ ਹੈ? ਇਸ ਤਰ੍ਹਾਂ। ਇਹ ਵੀ ਦੇਖੋ, ਉਹ ਅੰਦਰ ਚਲਾ ਗਿਆ, ਇਹਦੇ ਵਿੱਚ ਸਾਡਾ ਅੰਦਰ ਸ਼ਬਦ ਕਿਰਿਆ ਵਿਸ਼ੇਸ਼ਣ ਹੈ। ਕਿਰਿਆ ਵਿਸ਼ੇਸ਼ਣ ਪੜ੍ਹੇ ਵੀ ਹੈ ਨਾ ਆਪਾਂ, ਇਹ ਸਾਡਾ ਕਿਰਿਆ ਵਿਸ਼ੇਸ਼ਣ ਹੈ। ਪਰ ਉਸ ਤੋਂ ਬਾਅਦ ਕੀ ਆ? ਉਹ ਕਮਰੇ ਦੇ ਅੰਦਰ ਚਲਾ ਗਿਆ। ਸੋ ਇਹਦੇ ਵਿੱਚ ਦੇ ਤੇ ਅੰਦਰ, ਇਹ ਸਾਡੇ ਦੋ ਕੀ ਹੋ ਗਏ? ਸੰਬੰਧਕ ਹੋ ਗਏ। ਇਹ ਅਸੀਂ ਖਾਸ ਕਰਕੇ ਮੈਂ ਵਾਰ-ਵਾਰ ਤੁਹਾਨੂੰ ਕਹਿ ਰਿਹਾ ਕਿ ਇਹਦਾ ਕੋਈ ਰੂਲ ਨਹੀਂ ਹੈ ਇਸ ਗੱਲ ਦਾ ਕਿ ਮੰਨ ਲਓ ਇੱਕ ਸ਼ਬਦ ਬਾਹਰ ਸ਼ਬਦ ਹੈ ਜਿਹੜਾ, ਉਹ ਕਿਰਿਆ ਵਿਸ਼ੇਸ਼ਣ ਆ ਗਿਆ ਜੀ, ਹੁਣ ਆਪਾਂ ਇਹਨੂੰ ਕਿਸੇ ਹੋਰ ਸ਼੍ਰੇਣੀ 'ਚ ਨਹੀਂ ਰੱਖ ਸਕਦੇ। ਕਿਉਂ ਨਹੀਂ ਜੀ? ਸਾਡਾ ਕੀ ਹੈ? ਸਾਡਾ ਰਾਜ ਥੋੜ੍ਹਾ ਕਿਸੇ ਗੱਲ ਦਾ, ਵਿਆਕਰਣ ਦੀ ਮਰਜ਼ੀ ਹੈ। ਆਹ ਦੇਖੋ, ਵਿਆਕਰਣ ਕਹਿ ਰਿਹਾ ਕਿ ਨਹੀਂ ਜੀ, ਬਾਹਰ ਸ਼ਬਦ ਜੇ ਕਿਰਿਆ ਵਿਸ਼ੇਸ਼ਣ 'ਚ ਰੱਖ ਲਿਆ ਤੁਸੀਂ, ਤੇ ਆਹ ਦੇਖੋ ਜੀ ਅਗਲੇ ਵਾਕ ਦੇ ਵਿੱਚ ਕਹਿੰਦਾ ਮੈਂ ਸੰਬੰਧਕ ਦੇ ਰੂਪ ਵਿੱਚ ਆ ਗਿਆ। ਸੋ ਇਹ ਆਪਾਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣੀ ਹੈ ਜੀ ਗੱਲ। ਹਾਂਜੀ, ਆਪਾਂ ਗੱਲ ਕਰੀਏ ਜੀ ਸੰਬੰਧਕ ਦੀਆਂ ਕਿਸਮਾਂ ਦੀ ਜਾਂ ਸੰਬੰਧਕ ਦੇ ਪ੍ਰਕਾਰਾਂ ਦੀ। ਆਪਾਂ ਆਮ ਕਰਕੇ ਹੀ ਬਸ ਪੜ੍ਹਦੇ ਹਾਂ ਇਹ ਕਿ ਸੰਬੰਧਕ ਹੈ ਜੀ ਸਾਡੇ, ਉਹ ਤਿੰਨ ਪ੍ਰਕਾਰ ਦੇ ਹੈ ਜੀ। ਕਿਹੜੇ ਕਿਹੜੇ ਹੈ ਜੀ? ਇੱਕ ਸਾਡਾ ਪੂਰਨ ਸੰਬੰਧਕ ਹੈ, ਇੱਕ ਸਾਡੇ ਅਪੂਰਨ ਸੰਬੰਧਕ ਹਨ, ਤੇ ਇੱਕ ਮਿਸ਼ਰਿਤ ਜਾਂ ਦੁਬਾਜਰੇ ਸੰਬੰਧਕ ਹਨ। ਇਹਦੇ ਵਿੱਚ ਕੀ ਹੈ? ਪੂਰਨ ਸੰਬੰਧਕ ਦੀ ਕੀ ਪਰਿਭਾਸ਼ਾ ਹੈ ਕਿ ਵਾਕ ਦੇ ਵਿੱਚ ਜਦੋਂ ਇੱਕੋ ਹੀ ਸੰਬੰਧਕ ਹੋਵੇ, ਇੱਕ ਗੱਲ ਹੈ। ਦੂਸਰੇ ਸ਼ਬਦਾਂ ਦੇ ਵਿੱਚ ਜਦੋਂ ਵਾਕ ਦੇ ਵਿੱਚ ਇੱਕੋ ਹੀ ਸੰਬੰਧਕ ਹੈ ਤੇ ਉਹ ਹੀ ਆਪਣੇ ਮੁੱਖ ਸੰਬੰਧਕ ਦੀ ਭੂਮਿਕਾ ਨਿਭਾ ਰਿਹਾ ਹੈ। ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਕਿ ਕਿਸੇ ਵਾਕ ਦੇ ਵਿੱਚ ਇੱਕ ਤੋਂ ਵੱਧ ਵੀ ਸੰਯੁਕਤ ਰੂਪ ਦੇ ਵਿੱਚ ਸੰਬੰਧਕ ਵੀ ਹੋ ਸਕਦੇ ਨੇ, ਕੋਈ ਦਿੱਕਤ ਨਹੀਂ ਹੈ। ਸੋ ਇੱਥੇ ਕੀ ਹੈ ਕਿ ਪੂਰਨ ਸੰਬੰਧਕ ਹੈ ਕਿ ਜਦੋਂ ਇੱਕੋ ਹੀ ਸੰਬੰਧਕ ਹੈ, ਬਸ ਉਹ ਹੀ ਆਪਦੀ ਮੁੱਖ ਭੂਮਿਕਾ ਨਿਭਾ ਰਿਹਾ ਜੀ। ਹੁਣ ਇਹਦੇ ਵਿੱਚ ਦੇਖ ਲਓ ਉਦਾਹਰਣਾਂ ਦੇ ਵਿੱਚ, ਇਹ ਸੋਹਣ ਦਾ ਕੋਟ ਹੈ, ਇਹਦੇ ਵਿੱਚ ਸਾਡਾ ਦਾ ਪੂਰਨ ਸੰਬੰਧਕ ਹੈ, ਇਹਦੇ ਨਾਲ ਕੋਈ ਹੋਰ ਸੰਬੰਧਕ ਨਹੀਂ ਆ ਸਕਦਾ। ਹੋਰ ਗੱਲ ਕਰੀਏ ਆਪਾਂ, ਰਾਮ ਨੇ ਪਾਣੀ ਪੀਤਾ, ਸੋ ਇਹਦੇ ਵਿੱਚ ਨੇ ਸ਼ਬਦ ਹੈ, ਇਹਦੇ ਨਾਲ ਹੋਰ ਕੋਈ ਸੰਬੰਧਕ ਨਹੀਂ ਆ ਸਕਦਾ। ਇਹੀ ਆਪ ਦਾ ਮੁੱਖ ਰੋਲ
ਇਹੀ ਅਦਾ ਕਰੂਗਾ, ਸੰਬੰਧਕ ਦਾ ਰੋਲ ਇਹੀ ਅਦਾ ਕਰੂਗਾ। ਇਸ ਕਰਕੇ ਦਾ, ਨੇ ਇਹ ਪੰਜਾਬੀ ਦੇ ਅਧਿਆਪਕ ਹਨ। ਸੋ ਇਹਦੇ ਵਿੱਚ ਦੇ ਜਿਹੜਾ ਸ਼ਬਦ ਹੈ ਇਹ ਸਾਡੇ ਹਨ ਜੀ ਪੂਰਨ ਸੰਬੰਧਕ ਹੈ, ਭਾਵ ਇਹਨਾਂ ਦੇ ਨਾਲ ਕੋਈ ਹੋਰ ਸੰਬੰਧਕ ਨਹੀਂ ਆ ਸਕਦਾ। ਹੁਣ ਅਪੂਰਨ ਸੰਬੰਧਕ ਦੀ ਕੀ ਪਰਿਭਾਸ਼ਾ ਹੈ ਕਿ ਜੋ ਸੰਬੰਧਕ ਪੂਰਨ ਸੰਬੰਧਕ ਦੇ ਨਾਲ ਆ ਕੇ ਵਾਕ ਦਾ ਅਰਥ ਦੇਵੇ, ਆਪਣੇ ਆਪ ਦੇ ਵਿੱਚ ਅਪੂਰਨ ਹੋਵੇ, ਪਰ ਜਦੋਂ ਉਸ ਦੇ ਨਾਲ ਇੱਕ ਪੂਰਨ ਸੰਬੰਧਕ ਲੱਗ ਜਾਵੇ ਤਾਂ ਉਦੋਂ ਉਹ ਮਤਲਬ ਕੀ ਹੈ, ਉਦੋਂ ਇਹ ਅਪੂਰਨ ਸੰਬੰਧਕ ਦਾ ਮਤਲਬ ਆਪਣੇ ਆਪ ਦੇ ਵਿੱਚ ਰੂਪ, ਆਪਣੇ ਆਪ ਦੇ ਵਿੱਚ ਵਾਕ ਦਾ ਅਰਥ ਅਪੂਰਨ ਸੰਬੰਧਕ ਦੇ ਤੌਰ ਤੇ ਦੇਵੇ। ਉਸ ਦਾ ਪਿੰਡ ਦਰਿਆ ਦੇ ਕੋਲ ਹੈ। ਸੋ ਇਹਦੇ ਵਿੱਚ ਮੈਂ ਇਹ ਵੀ ਲਿਖ ਸਕਦਾ ਸੀ ਕਿ ਉਸ ਦਾ ਪਿੰਡ ਦਰਿਆ ਕੋਲ ਹੈ, ਪਰ ਕੀ ਹੈ, ਕੋਲ ਸ਼ਬਦ ਦੇ ਨਾਲ ਐਟੋਮੈਟਿਕ ਹੀ ਲੱਗਿਆ ਹੋਇਆ ਇੱਕ ਪੂਰਨ ਸੰਬੰਧਕ ਦੇ। ਦੂਸਰੇ ਸ਼ਬਦਾਂ ਦੇ ਵਿੱਚ ਉਸੇ ਵਾਕ ਨੂੰ ਮੈਂ ਲਿਖ ਸਕਦਾ ਸੀਗਾ ਕਿ ਉਸ ਦਾ ਪਿੰਡ ਦਰਿਆ ਦੇ ਕੋਲ ਹੈ। ਸੋ ਕੋਲ ਸ਼ਬਦ ਹੈ ਜਿਹੜਾ ਉਹ ਆਪਣੇ ਆਪ ਦੇ ਵਿੱਚ ਪੂਰਨ ਨਹੀਂ ਹੈ, ਅਪੂਰਨ ਹੈ। ਕੋਲ ਸ਼ਬਦ ਇਹ ਸਾਡਾ ਅਪੂਰਨ ਸੰਬੰਧਕ ਹੈ। ਇਹਦੇ ਨਾਲ ਜਦੋਂ ਦੇ ਸ਼ਬਦ ਜਿਹੜਾ ਸਾਡਾ ਆ ਰਿਹਾ ਹੈ ਉਹ ਇਸ ਕੋਲ ਸ਼ਬਦ ਨੂੰ ਪੂਰਨ ਕਰ ਰਿਹਾ ਹੈ, ਇਸ ਨੂੰ ਪੂਰਾ ਕਰ ਰਿਹਾ ਹੈ। ਮੇਰਾ ਘਰ ਸ਼ਹਿਰ ਤੋਂ ਦੂਰ ਹੈ। ਸੋ ਦੂਰ ਸ਼ਬਦ ਹੈ ਜਿਹੜਾ, ਉਸ ਤੋਂ ਪਹਿਲਾਂ ਤੋਂ ਜਿਹੜਾ ਸ਼ਬਦ ਲੱਗਿਆ ਉਹ ਸਾਡਾ ਪੂਰਨ ਹੈ, ਤੇ ਦੂਰ ਸ਼ਬਦ ਹੈ ਜਿਹੜਾ ਉਹ ਸਾਡਾ ਅਪੂਰਨ ਹੈ। ਮੈਂ ਤੁਹਾਨੂੰ ਜਿਵੇਂ ਕਿਹਾ ਸੀਗਾ ਨਾ ਕਿ ਜਿਹੜੇ ਸਾਡੇ ਕਿਰਿਆ ਵਿਸ਼ੇਸ਼ਣ ਨੇ ਉਹ ਸੰਬੰਧਕ ਦੀ ਭੂਮਿਕਾ ਵੀ ਅਦਾ ਕਰਦੇ ਨੇ। ਆ ਦੇਖੋ ਦੂਰ ਸ਼ਬਦ, ਦਵਾਤ ਦੇ ਵਿੱਚ ਸਿਆਹੀ ਹੈ। ਦਵਾਤ ਵਿੱਚ ਸਿਆਹੀ ਹੈ ਮੰਨ ਲਓ ਹੋਵੇ, ਤੇ ਆਪਾਂ ਇਹਨੂੰ ਐਵੇਂ ਵੀ ਤਾਂ ਲਿਖ ਸਕਦੇ ਹਾਂ ਨਾ, ਦਵਾਤ ਦੇ ਵਿੱਚ ਸਿਆਹੀ ਹੈ। ਇਹਦੇ ਵਿੱਚ ਤੁਹਾਨੂੰ ਭ੍ਰਮਿਤ ਹੋਣ ਦੀ ਲੋੜ ਨਹੀਂ, ਕਨਫਿਊਜ਼ ਹੋਣ ਦੀ ਲੋੜ ਨਹੀਂ ਗੀ, ਕਿਉਂਕਿ ਪ੍ਰਸ਼ਨ ਪੁੱਛਣ ਦਾ ਦੇਖੋ ਤਰੀਕਾ ਕੀ ਹੋ ਸਕਦਾ, ਇੱਕ ਤਾਂ ਪਰਿਭਾਸ਼ਾ ਹੋ ਸਕਦੀ ਹੈ ਬਸ, ਉਸ ਤੋਂ ਬਾਅਦ ਕੀ ਹੈ, ਸੰਬੰਧਕਾਂ ਦਾ ਹੀ ਪੁੱਛਣਾ ਉਹਨੇ। ਇੱਕ ਵਾਕ ਦੇ ਵਿੱਚ ਇੱਕ ਵਾਕ ਦੇ ਕੇ ਉਹਦੇ ਵਿੱਚੋਂ ਸਾਨੂੰ ਸੰਬੰਧਕ ਪਹਿਚਾਨਣ ਨੂੰ ਕਹਿ ਸਕਦਾ ਹੈ, ਵੱਧ ਤੋਂ ਵੱਧ ਇੱਥੇ ਹੈ ਬਸ, ਇਦੋਂ ਅੱਗੇ ਨਹੀਂ। ਇਹ ਤਾਂ ਸਿਰਫ ਆਪਾਂ ਸੰਬੰਧਕ ਦੀਆਂ ਕਿਸਮਾਂ ਪੁੱਛ ਲਵੇ, ਤੁਸੀਂ ਕਹਿ ਦਿਓ ਜੀ ਠੀਕ ਹੈ 3 ਹੈ ਜੀ, ਪੂਰਨ ਸੰਬੰਧਕ, ਅਪੂਰਨ ਤੇ ਮਿਸ਼ਰਿਤ ਜਾਂ ਦੁਬਾਜਰੇ ਸੰਬੰਧਕ। ਉਸ ਤੋਂ ਬਾਅਦ ਆਪਾਂ ਵੇਖਿਆ ਸੀ ਇੱਕ ਉਦਾਹਰਣ, ਦਵਾਤ ਦੇ ਵਿੱਚ ਸਿਆਹੀ ਹੈ। ਵਿੱਚ ਹੈ ਜਿਹੜਾ ਸਾਡਾ ਉਹ ਅਪੂਰਨ ਹੈ, ਉਸ ਤੋਂ ਪਹਿਲਾਂ ਦੇ ਪੂਰਨ ਸੰਬੰਧਕ ਲੱਗਿਆ ਹੈ, ਤਾਂ ਇੱਕ ਵਾਕ ਦੇ ਵਿੱਚ ਇਹ ਵਾਕ ਦਾ ਪੂਰਾ ਅਰਥ ਸਾਡੇ ਸਾਹਮਣੇ ਆਇਆ ਹੈ। ਹੁਣ ਗੱਲ ਕਰਦੇ ਹਾਂ ਜੀ 3 ਨੰਬਰ ਤੇ ਆਖਰੀ ਸੰਬੰਧਕ ਸਾਡਾ, ਜਿਹਦਾ ਨਾਮ ਹੈ ਜੀ ਮਿਸ਼ਰਤ ਜਾਂ ਦੁਬਾਜਰੇ ਸੰਬੰਧਕ। ਨਾ ਮੈਂ ਸਹੁਰਿਆਂ ਦੀ ਹੋਈ ਨਾ ਮੈਂ ਪੇਕਿਆਂ ਨੇ ਰੱਖੀ। ਉਹ ਜਿਹੜਾ ਸੰਬੰਧਕ ਹੈ ਸਾਡਾ, ਜਿਹੜੇ ਰੱਖਦੇ ਨੇ ਪੈਰ ਦੋਹਾਂ ਬੇੜੀਆਂ 'ਚੋਂ ਲੰਘਦੇ ਨਾ ਪਾਰ। ਇਹ ਸਾਡਾ ਮਤਲਬ ਕੀ ਹੈ ਕਿ ਮਿਸ਼ਰਤ ਜਾਂ ਦੁਬਾਜਰਾ ਜਿਹੜਾ ਸੰਬੰਧਕ ਹੈ ਉਹ ਕਦੇ ਪੂਰਨ ਹੈ ਤੇ ਕਦੇ ਅਪੂਰਨ ਹੋਵੇ। ਜਦੋਂ ਕਿਸੇ ਵਾਕ ਦੇ ਵਿੱਚ ਇੱਕ ਵਾਕ ਨੂੰ ਆਪਾਂ 2 ਤਰੀਕੇ ਨਾਲ ਲਿਖ ਸਕਦੇ ਹਾਂ, ਮਤਲਬ ਜਿਹੜੇ ਵਾਕ ਦੇ ਵਿੱਚ ਸੰਬੰਧਕ 2 ਤਰੀਕੇ ਨਾਲ ਵਿਚਰੇ ਉਦੋਂ ਆਪਾਂ ਮਤਲਬ ਕੀ ਹੈ, ਸੰਬੰਧਕ ਪੂਰਨ ਵੀ ਹੋਵੇ ਕਿਸੇ 'ਚ ਅਪੂਰਨ ਵੀ ਹੋਵੇ। ਇਹ ਵਾਕ ਦੇ ਵਿੱਚ ਵੇਖ ਲਓ, ਰਾਜੀਵ ਕੋਲ ਪੁਸਤਕ ਹੈ। ਇਹ ਸਾਡਾ ਕੀ ਹੈ, ਇਹ ਸਾਡਾ ਪੂਰਨ ਸੰਬੰਧਕ ਹੈ ਇੱਕ ਤਰ੍ਹਾਂ ਦਾ। ਤੇ ਉਸ ਤੋਂ ਬਾਅਦ ਕੀ ਹੈ, ਰਾਜੀਵ ਦੇ ਕੋਲ ਪੁਸਤਕ ਹੈ। ਸੋ ਉਸ ਤੋਂ ਬਾਅਦ ਕੀ ਹੋ ਗਿਆ, ਇਹ ਸਾਡਾ ਕਦੇ ਪੂਰਨ ਤੇ ਕਦੇ ਅਪੂਰਨ। ਦਵਾਤ ਦੇ ਵਿੱਚ ਸਿਆਹੀ ਹੈ ਤੇ ਦਵਾਤ ਵਿੱਚ ਸਿਆਹੀ ਹੈ ਨਾ। ਇਹ ਮਤਲਬ ਕੀ ਹੈ, ਇਹਦੇ ਵਿੱਚ ਕੋਈ ਐਡਾ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ। ਸਾਨੂੰ ਐਂ ਲੱਗਦਾ ਜੀ ਇਹ ਕਿਵੇਂ ਹੋ ਗਿਆ, ਇਹ ਕਿਵੇਂ ਹੋ ਗਿਆ, ਇਹਦੇ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ। ਸਿਰਫ ਕਿਸਮਾਂ ਤੱਕ ਆਪਾਂ ਧਿਆਨ ਰੱਖਣਾ ਹੈ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਸਧਾਰਨ ਵਾਕ ਦਿੱਤਾ ਜਾਵੇਗਾ ਜਿਹਦੇ ਵਿੱਚੋਂ ਤੁਹਾਨੂੰ ਸੰਬੰਧਕ ਦੀ ਪਹਿਚਾਣ ਕਰਨੀ ਹੈ। ਬਸ ਕੋਈ ਲੰਮੀ ਚੌੜੀ ਗੱਲ ਨਹੀਂ ਹੈ। ਇਹ ਸਾਡੀਆਂ ਸੰਬੰਧਕਾਂ ਦੀਆਂ ਕੁਝ ਕਿਸਮਾਂ ਨੇ ਜਿਹਦੇ ਵਿੱਚੋਂ ਆਪਾਂ ਪੂਰਨ, ਅਪੂਰਨ ਤੇ ਮਿਸ਼ਰਿਤ ਜਾਂ ਦੁਬਾਜਰੇ ਸੰਬੰਧਕਾਂ ਬਾਰੇ ਗੱਲ ਕੀਤੀ ਹੈ। ਲਓ ਜੀ, ਕੁਝ ਸੰਬੰਧਕਾਂ ਦੀਆਂ ਉਦਾਹਰਨਾਂ ਨੇ ਤੁਹਾਡੇ ਸਾਹਮਣੇ ਜਿਹਦੇ ਵਿੱਚੋਂ ਆਪਾਂ ਸੰਬੰਧਕਾਂ ਨੂੰ ਪਹਿਚਾਣਦੇ ਹਾਂ। ਕਾਫੀ ਐਗਜ਼ਾਮਪਲ ਲਿਖੇ ਹੈ ਜੀ। ਸੋ ਇਹਦੇ ਵਿੱਚ ਪਹਿਲਾ ਐਗਜ਼ਾਮਪਲ ਆ, ਜਿਵੇਂ ਕਿ ਉਸ ਦਾ ਭਰਾ ਡਾਕਟਰ ਹੈ। ਸੋ ਸਾਡਾ ਦਾ ਸੰਬੰਧਕ ਹੈ। ਹੁਣ ਤਾਂ ਸਾਨੂੰ ਪਤਾ ਲੱਗ ਗਿਆ, ਪਰਿਭਾਸ਼ਾ ਦਾ ਪਤਾ ਲੱਗ ਗਿਆ, ਉਹਦੇ ਰੂਪ ਦਾ, ਸੰਬੰਧਕਾਂ ਦਾ ਵੀ ਕਿੱਥੇ ਕਿੱਥੇ ਆ ਸਕਦੇ ਆ ਪਤਾ ਹੈ ਨਾ। ਮੈਂ ਉਸ ਨੂੰ ਸਿਰਫ ਮਿਲਣ ਗਿਆ ਸੀ। ਇਹਦੇ ਵਿੱਚ ਸਾਡਾ ਨੂੰ ਸੰਬੰਧਕ ਹੈ। ਗਰਮ ਕੱਪੜੇ ਉਸ ਦੁਕਾਨੋਂ ਮਿਲ ਜਾਣਗੇ। ਦੁਕਾਨੋਂ ਸੰਬੰਧ ਸੂਚਕ ਪਿਛੇਤਰ ਹੈ, ਭਾਵ ਕਿ ਦੁਕਾਨ ਤੋਂ ਮਿਲ ਜਾਣਗੇ। ਸੋ ਇਹਦੇ ਵਿੱਚ ਸਾਡਾ ਸੰਬੰਧਕ ਰੂਪ ਕੀ ਹੈ, ਤੋਂ। ਮੇਰੇ ਚਾਚੇ ਦੀ ਕੁੜੀ ਨੇ, ਦੀ ਸੰਬੰਧਕ ਹੈ, ਕੁੜੀ ਨੇ ਸਾਡਾ ਸੰਬੰਧਕ ਹੈ। ਇੰਗਲੈਂਡ ਤੋਂ ਸਾਡਾ ਸੰਬੰਧਕ ਹੈ। ਮੇਰੇ ਲਈ ਸੰਬੰਧਕ ਹੈ।
ਇੱਕ ਵਾਕ ਦੇ ਵਿੱਚ ਦੇਖੋ ਕਿੰਨੇ ਸੰਬੰਧਕ ਹੈ। ਮੇਰੇ ਚਾਚੇ ਦੀ ਕੁੜੀ ਨੇ ਇੰਗਲੈਂਡ ਤੋਂ ਮੇਰੇ ਲਈ ਇੱਕ ਕੈਮਰਾ ਭੇਜਿਆ। ਇਹ ਹੈ ਜੀ ਸਾਡੇ ਸੰਬੰਧਕ। ਉਹ ਵਿਹੜੇ ਦੇ ਬਿਲਕੁਲ ਵਿਚਕਾਰ ਖੜਾ ਸੀ। ਸੋ ਕੀ ਹੈ, ਵਿਹੜੇ ਦੇ ਬਿਲਕੁਲ, ਕਈ ਵਾਰੀ ਕੀ ਹੈ ਕਿ ਦੇਖੋ ਇਹਨਾਂ ਦੀ ਜਗ੍ਹਾ ਹੈ ਜਿਹੜੀ, ਉਹ ਜਿਹੜੀ ਸੰਬੰਧਕਾਂ ਦੀ ਜਿਹੜੀ ਜਗ੍ਹਾ ਹੈ ਕਿਸੇ ਵਾਕ ਦੇ ਵਿੱਚ, ਉਹ ਮਤਲਬ ਕਿ ਇੱਕ ਪਰਫੈਕਟ ਜਗ੍ਹਾ 'ਤੇ ਨਹੀਂ, ਐਵੇਂ ਨਹੀਂ ਕਿ ਇੱਥੇ ਹੀ ਆਊਗਾ ਐਵੇਂ ਹੀ ਆਊਗਾ, ਇਹ ਨਹੀਂ ਹੈ। ਉਹ ਵਿਹੜੇ ਦੇ ਬਿਲਕੁਲ ਵਿਚਕਾਰ ਖੜਾ ਸੀ। ਜਾਂ ਮੈਂ ਦੂਸਰੇ ਤਰੀਕੇ ਨਾਲ ਬੋਲਾਂ ਕਿ ਉਹ ਵਿਹੜੇ ਦੇ ਵਿਚਕਾਰ ਖੜਾ ਸੀ, ਬਿਲਕੁਲ ਸ਼ਬਦ ਨੂੰ ਹਟਾ ਕੇ, ਤਾਂ ਤੁਸੀਂ ਕਹੋਗੇ ਜੀ ਸਾਡਾ ਦੇ ਅਤੇ ਵਿਚਕਾਰ ਇਹ ਦੋ ਸਾਡੇ ਸੰਬੰਧਕ ਹਨ, ਹੈ ਨਾ। ਬਿਲਕੁਲ ਸ਼ਬਦ ਮੈਂ ਵੈਸੇ ਹੀ ਲਾਇਆ ਸੀਗਾ। ਸਕੂਲ ਦੀ ਛੱਤ ਉੱਪਰ ਝੰਡਾ ਲਹਿਰਾ ਰਿਹਾ ਹੈ। ਛੱਤ ਤੋਂ ਬਾਅਦ ਕੀ ਹੈ, ਉੱਪਰ ਸ਼ਬਦ ਹੈ ਜਿਹੜਾ ਸਾਡਾ, ਇਹ ਸਾਡਾ ਸੰਬੰਧਕ ਹੈ। ਕਈ ਦੇਸ਼ ਭਗਤਾਂ ਨੂੰ ਹੱਥੀਂ ਹੱਥਕੜੀਆਂ, ਭਾਵ ਹੱਥਾਂ ਵਿੱਚ ਹੱਥਕੜੀਆਂ, ਪੈਰੀ ਬੇੜੀਆਂ, ਪੈਰਾਂ ਵਿੱਚ ਬੇੜੀਆਂ ਪਾ ਕੇ ਦੇਸ਼ੋਂ ਦੂਰ, ਭਾਵ ਦੇਸ਼ ਤੋਂ ਦੂਰ ਜੇਲ੍ਹਾਂ ਵਿੱਚ ਰੱਖਿਆ ਗਿਆ। ਇਹ ਵਾਕ ਦੇ ਵਿੱਚ 3 ਸੰਬੰਧ ਸੂਚਕ ਪਿਛੇਤਰ ਹਨ ਜਾਂ ਕਾਰਕੀ ਪਿਛੇਤਰ ਹਨ। ਹੱਥੀਂ, ਪੈਰੀ ਅਤੇ ਦੇਸ਼ੋਂ। ਹੱਥੀਂ ਭਾਵ ਹੱਥਾਂ ਵਿੱਚ, ਪੈਰੀ ਮਤਲਬ ਪੈਰਾਂ ਵਿੱਚ, ਅਤੇ ਦੇਸ਼ੋਂ ਭਾਵ ਦੇਸ਼ ਤੋਂ। ਮੁੱਖ ਅਧਿਆਪਕ ਜੀ ਦਫ਼ਤਰ ਅੰਦਰ ਬੈਠੇ ਹਨ। ਸੋ ਇੱਥੇ ਅੰਦਰ ਸ਼ਬਦ ਹੈ। ਮੁੱਖ ਅਧਿਆਪਕ ਜੀ ਅੰਦਰ ਬੈਠੇ ਹਨ, ਕਿਰਿਆ ਵਿਸ਼ੇਸ਼ਣ ਹੈ ਇਹਦੇ ਵਿੱਚ ਅੰਦਰ, ਪਰ ਮੁੱਖ ਅਧਿਆਪਕ ਦੀ ਦਫ਼ਤਰ ਦੇ ਅੰਦਰ ਜਾਂ ਦਫ਼ਤਰ ਅੰਦਰ ਬੈਠੇ ਹਨ, ਇਹ ਹੈ ਸਾਡਾ ਸੰਬੰਧਕ। ਪਿਤਾ ਜੀ ਘਰੋਂ ਬਾਹਰ ਖੇਤਾਂ ਵਿੱਚ ਗਏ ਹਨ। ਘਰੋਂ, ਘਰ ਤੋਂ ਬਾਹਰ, ਸੰਬੰਧ ਸੂਚਕ ਪਿਛੇਤਰ, ਕਾਰਕੀ ਪਿਛੇਤਰ। ਅੱਗੇ ਕੀ ਹੈ, ਖੇਤਾਂ ਵਿੱਚ, ਵਿੱਚ ਸ਼ਬਦ ਹੈ ਸਾਡਾ ਸੰਬੰਧਕ। ਤੂੰ ਕਿਸ ਨਾਲ ਗੱਲਾਂ ਕਰਦਾ ਸੀ, ਨਾਲ ਸ਼ਬਦ ਹੈ ਸਾਡਾ ਸੰਬੰਧਕ ਹੈ। ਮਾਸਟਰ ਨੇ ਬੱਚਿਆਂ ਨੂੰ ਪਾਠ ਦਾ ਅੱਧਾ ਹਿੱਸਾ ਪੜ੍ਹਾਇਆ। ਮਾਸਟਰ ਨੇ, ਨੂੰ, ਦਾ, ਤਿੰਨੋਂ ਸਾਡੇ ਸੰਬੰਧਕ ਨੇ। ਸ਼ਿਮਲੇ ਦੀਆਂ ਪਹਾੜੀਆਂ 'ਤੇ ਜਾਂ ਉੱਤੇ ਬਰਫ਼ ਪਈ ਹੈ। ਸੋ ਉੱਤੇ ਸ਼ਬਦ ਹੈ, ਇਹਨੂੰ ਸ਼ਾਰਟ ਰੂਪ ਦੇ ਵਿੱਚ 'ਤੇ ਇਵੇਂ ਵੀ ਲਿਖਿਆ ਹੁੰਦਾ ਹੈ, ਇਹ ਆਪਾਂ ਵਿਸ਼ਰਾਮ ਚਿੰਨ੍ਹਾਂ ਦੇ ਵਿੱਚ ਪੜ੍ਹਾਂਗੇ। ਸ਼ਿਮਲੇ ਦੀਆਂ ਪਹਾੜੀਆਂ ਉੱਤੇ ਬਰਫ਼ ਪਈ ਹੈ। ਸੋ ਇਹਦੇ ਵਿੱਚ 'ਤੇ ਜਾਂ ਉੱਤੇ ਸ਼ਬਦ ਹੈ ਸਾਡਾ, ਇਹ ਕੀ ਹੈ, ਸਾਡਾ ਸੰਬੰਧਕ ਹੈ। ਸਾਨੂੰ ਲੋਕਾਂ ਦੇ ਝਗੜਿਆਂ ਵਿੱਚ ਪੈਣ ਦੀ ਲੋੜ ਨਹੀਂ ਹੈ। ਲੋਕਾਂ ਦੇ ਝਗੜਿਆਂ ਵਿੱਚ ਪੈਣ ਦੀ ਲੋੜ ਨਹੀਂ ਹੈ। ਗਰੀਬ ਨੂੰ ਰੱਬ ਦੀ ਮਾਰ ਪੈਂਦੀ ਹੈ। ਨੂੰ ਅਤੇ ਦੀ ਦੋ ਸਾਡੇ ਸੰਬੰਧਕ ਹਨ। ਅਸੀਂ ਬੇਨਤੀ ਸਾਹਿਤ ਮੰਤਰੀ ਜੀ ਨੂੰ ਮਿਲੇ, ਇਹ ਵੀ ਸਾਡਾ ਸੰਬੰਧਕ ਹੈ। ਇਹਦੇ ਵਿੱਚ ਸਾਹਿਤ ਸ਼ਬਦ ਵਿਆਕਰਣ ਦੇ ਵਿੱਚ ਦੇ ਰੱਖਿਆ ਸੀ ਜੀ, ਸੰਬੰਧਕ ਹੈ। ਸੋ ਕੀ ਹੈ, ਸਾਹਿਤ ਮਤਲਬ ਸਮੇਤ, ਵਿਦ। ਅਸੀਂ ਬੇਨਤੀ ਸਮੇਤ ਮੰਤਰੀ ਜੀ ਨੂੰ ਮਿਲੇ ਜਾਂ ਬੇਨਤੀ ਸਾਹਿਤ ਮੰਤਰੀ ਜੀ ਨੂੰ ਮਿਲੇ। ਰਾਮ ਨੂੰ ਸ਼ਾਮ ਤਾਈਂ ਕੋਈ ਕੰਮ ਨਹੀਂ ਸੀ, ਤਾਈਂ ਮਤਲਬ ਵੀ ਸ਼ਾਮ ਤਾਈਂ, ਸ਼ਾਮ ਦੇ ਕੋਲ ਕੋਈ ਕੰਮ ਨਹੀਂ ਸੀ। ਰਾਮ ਨੂੰ ਸ਼ਾਮ ਤਾਈਂ ਕੋਈ ਕੰਮ ਨਹੀਂ ਸੀ। ਨੂੰ ਤਾਂ ਹੈਗਾ ਹੀ ਹੈ ਸਾਡਾ ਸੰਬੰਧਕ, ਤਾਈਂ ਸ਼ਬਦ ਵੀ। ਸੀਤਾ ਛੱਤ ਤੋਂ ਥੱਲੇ ਜਾਂ ਹੇਠਾਂ ਉਤਰ ਆਈ। ਸੋ ਛੱਤ ਤੋਂ ਥੱਲੇ, ਤੋਂ ਸਾਡਾ ਸੰਬੰਧਕ, ਥੱਲੇ ਹੇਠਾਂ, ਥੱਲੇ ਅਤੇ ਹੇਠਾਂ ਇਹ ਦੋ ਵੀ ਸਾਡੇ ਸੰਬੰਧਕ ਨੇ। ਜ਼ਿਆਦਾ ਮੀਂਹ ਪੈਣ ਕਾਰਨ ਜਾਂ ਜ਼ਿਆਦਾ ਮੀਂਹ ਪੈਣ ਦੇ ਕਾਰਨ ਵੀ ਹੋ ਸਕਦਾ ਹੈ ਨਾ, ਪੂਰਨ ਵੀ ਹੋ ਸਕਦਾ ਹੈ ਅਤੇ ਅਪੂਰਨ ਸੰਬੰਧਕ ਵੀ ਹੋ ਸਕਦਾ ਹੈ। ਜ਼ਿਆਦਾ ਮੀਂਹ ਪੈਣ ਦੇ ਕਾਰਨ ਅਸੀਂ ਦਰਖਤ ਹੇਠਾਂ ਰੁਕ ਗਏ। ਇੱਥੇ ਹੇਠਾਂ ਸ਼ਬਦ ਹੈ, ਕੀ ਹੈ ਸਾਡਾ ਸੰਬੰਧਕ ਹੈ। ਮੈਂ ਉਸ ਨੂੰ, ਉਸ ਪੜਨਾਂਵ ਦੇ ਨਾਲ ਨੂੰ ਸ਼ਬਦ ਸਾਡਾ ਸੰਬੰਧਕ ਹੈ। ਪੜਨਾਵਾਂ ਦੇ ਨਾਲ, ਜਦੋਂ ਪੜਨਾਵਾਂ ਦਾ ਸੰਬੰਧਕੀ ਰੂਪ ਮੈਂ ਲਿਖਿਆ ਹੈ, ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ। ਸੋ ਇੱਥੇ ਕੀ ਹੈ, ਉਸ ਨੂੰ ਸ਼ਾਮ ਰਾਹੀਂ ਜਾਂ ਸ਼ਾਮ ਦੇ ਰਾਹੀਂ, ਸ਼ਾਮ ਕੇ ਦੁਆਰਾ, ਸ਼ਾਮ ਰਾਹੀਂ ਸੁਨੇਹਾ ਭੇਜਿਆ। ਸੋ ਇੱਥੇ ਕੀ ਹੈ, ਇਹ ਸਾਡਾ ਨੂੰ ਅਤੇ ਰਾਹੀਂ ਦੋ ਸ਼ਬਦ ਨੇ, ਇਹ ਸਾਡੇ ਹਨ ਜੀ ਸੰਬੰਧਕ। ਇਹਨਾਂ ਨੂੰ ਅੰਡਰਲਾਈਨ ਕਰ ਲਿਓ ਅਤੇ ਇਹਨਾਂ ਨੂੰ ਇਸ ਲਿਸਟ ਦੇ ਵਿੱਚ ਜੇ ਕੋਈ ਸੰਬੰਧਕ ਰਹਿ ਗਿਆ ਅਤੇ ਉਹ ਜੋੜ ਦਿਓ ਜੀ। ਇਹ ਸਾਡੇ ਸੰਬੰਧਕ ਨਿਕਲ ਕੇ ਆਉਂਦੇ ਨੇ ਜੋ ਮੁੱਖ ਰੂਪ ਦੇ ਵਿੱਚ ਨੇ। ਵੈਸੇ ਤਾਂ ਸੰਬੰਧਕ ਬਹੁਤ ਦੇ ਰੱਖੇ ਨੇ, ਪਰ ਅਸੀਂ ਮੁੱਖ ਰੂਪ ਦੇ ਵਿੱਚ ਇਹਨਾਂ ਦੇ ਉੱਪਰ ਹੀ ਧਿਆਨ ਦੇਣਾ ਹੈ। ਦਾ, ਨੂੰ, ਤੋਂ, ਕੋਲੋਂ, ਦੁਆਰਾ, ਰਾਹੀਂ, ਦੀ, ਵਿਚਕਾਰ, ਥੱਲੇ, ਹੇਠਾਂ, ਇਹ ਜੋ ਜਿੰਨੇ ਵੀ ਲਿਖੇ ਹੋਏ ਹਨ, ਇਹ ਆਪਾਂ ਇਹਨਾਂ ਨੂੰ ਇੱਕ ਐਗਜ਼ਾਮਪਲ ਦੇ ਵਿੱਚ ਵੀ ਆਪਾਂ ਇਹਨਾਂ ਨੂੰ ਕਰ ਚੁੱਕੇ ਹਾਂ। ਪੜਨਾਵਾਂ ਦੇ ਸੰਬੰਧਕੀ ਰੂਪ ਕੁਛ ਬਣਦੇ ਆ। ਪੜਨਾਵ ਦਿੱਤਾ ਹੁੰਦਾ ਹੈ, ਉਹਦੇ ਨਾਲ ਉਹਦਾ ਸੰਬੰਧਕ ਦਿੱਤਾ ਹੁੰਦਾ ਹੈ। ਸਾਨੂੰ ਕਿਵੇਂ ਪਤਾ ਲੱਗੇਗਾ, ਦੇਖੋ
ਜਿਵੇਂ ਕਹਿੰਦੇ ਹਨ ਕਿ ਮੇਰਾ ਭਰਾ ਇਸ ਸਕੂਲ ਵਿੱਚ ਪੜ੍ਹਦਾ ਹੈ, ਸੋ ਮੇਰਾ ਸ਼ਬਦ ਦੇ ਨਾਲ ਦਾ ਸੰਬੰਧਕ ਲਿਖਿਆ ਹੋਇਆ ਹੈ। ਮੈਂ ਤੇ ਦਾ, ਮੈਂ ਜਿਹੜਾ ਪੜਨਾਂਵ ਹੈ ਉਹਦੇ ਨਾਲ ਦਾ ਸੰਬੰਧਕ ਜਦੋਂ ਮਿਲਦੇ ਹਨ ਦੋਵੇਂ ਤਾਂ ਉਦੋਂ ਬਣਦਾ ਹੈ ਮੇਰਾ। ਉਵੇਂ ਹੀ ਅਸਾਂ ਤੇ ਦਾ, ਉਹਨੂੰ ਕਹਿੰਦੇ ਸਾਡਾ ਭਰਾ ਇਸ ਸਕੂਲ ਵਿੱਚ ਪੜ੍ਹਦਾ ਹੈ। ਸੋ ਇਹਦੇ ਵਿੱਚ ਕੀ ਹੈ, ਸਾਡਾ ਦੇ ਨਾਲ ਇਹ ਕੀ ਹੈ, ਸੰਬੰਧਕੀ ਰੂਪ ਹੈ ਸਾਡਾ, ਅਤੇ ਉਹਦੇ ਵਿੱਚ ਸੰਬੰਧਕ ਕਿਹੜਾ ਲੱਗਿਆ ਹੋਇਆ ਹੈ, ਕਿਹੜਾ ਸੰਬੰਧਕ ਛੁਪਿਆ ਹੋਇਆ ਹੈ, ਦਾ। ਉਵੇਂ ਹੀ ਤੂੰ ਮਤਲਬ ਕੀ ਹੈ ਕਿ ਤੂੰ ਪੜ੍ਹਦਾ ਹੈ ਤਾਂ ਸਿੱਧਾ ਸਾਨੂੰ ਪਤਾ ਹੈ ਕਿ ਤੂੰ ਸਾਡਾ ਪੜਨਾਂਵ ਹੈ, ਕੋਈ ਸੰਬੰਧਕ ਨਹੀਂ ਗਾ, ਹੈ ਨਾ। ਪਰ ਜਦੋਂ ਅਜੇ ਤੇਰਾ ਸ਼ਬਦ ਲੱਗੇ ਕਿ ਤੇਰਾ ਭਰਾ ਇਸ ਸਕੂਲ ਵਿੱਚ ਪੜ੍ਹਦਾ ਹੈ, ਉਦੋਂ ਸਾਨੂੰ ਪਤਾ ਹੈ ਕਿ ਤੂੰ ਦੇ ਨਾਲ ਜਦੋਂ ਦਾ ਲੱਗਦਾ ਹੈ ਉਦੋਂ ਤੇਰਾ ਬਣਦਾ ਹੈ। ਤੁਸੀਂ ਪਲੱਸ ਦਾ ਤੁਹਾਡਾ, ਮੈਂ ਪਲੱਸ ਨੂੰ ਮੈਨੂੰ, ਮੈਂ ਪਲੱਸ ਤੋਂ ਮੈਥੋਂ ਗਲਤੀ ਹੋ ਗਈ। ਕਹਿਣ ਦਾ ਮਤਲਬ ਵੀ ਮੇਰੇ ਤੋਂ ਗਲਤੀ ਹੋ ਗਈ ਜਾਂ ਮੇਰੇ ਕੋਲੋਂ, ਇਹ ਕੀ ਹੈ, ਸਾਡੇ ਸੰਬੰਧਕ ਹੀ ਨੇ ਨਾ। ਸੋ ਮੈਥੋਂ ਸ਼ਬਦ ਦੇ ਵਿੱਚ ਦੇਖ ਲਓ, ਮੇਰੇ ਤੋਂ ਜਾਂ ਮੇਰੇ ਕੋਲੋਂ। ਅਸਾਂ ਨੂੰ ਜਦੋਂ ਲਿਖਿਆ ਹੁੰਦਾ ਸਾਨੂੰ, ਠੀਕ ਹੈ ਜੀ, ਸਾਨੂੰ ਆਗਿਆ ਦਿਓ। ਸਾਨੂੰ ਸ਼ਬਦ ਦੇ ਵਿੱਚ ਕੀ ਹੈ, ਸਾਡਾ ਜਿਹੜਾ ਨੂੰ ਹੈ ਉਹ ਇੱਕ ਸੰਬੰਧਕ ਦਾ ਕੰਮ ਕਰ ਰਿਹਾ ਹੈ। ਪੜਨਾਵਾਂ ਦੇ ਸੰਬੰਧਕੀ ਰੂਪ ਹਨ ਇਹ। ਇਹਨਾਂ ਦੇ ਵਿੱਚ ਸਾਨੂੰ ਅਸੀਂ ਆਸਾਨੀ ਦੇ ਨਾਲ ਪਤਾ ਲਗਾ ਸਕਦੇ ਹਾਂ, ਗਿਣਤੀ ਦੇ ਹੀ ਆ ਵੈਸੇ, ਇਹ ਕੋਈ ਦਿੱਕਤ ਨਹੀਂ ਹੈ ਜੀ ਇਹਨਾਂ ਦੇ ਵਿੱਚ ਵੀ। ਸੋ ਇਹ ਆਪਾਂ ਕੁਝ ਕੁ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਨੇ, ਜਿਹਦੇ ਵਿੱਚੋਂ ਇਹ ਕੁਝ ਉਦਾਹਰਣ ਨੇ, ਪੜਨਾਵਾਂ ਦੇ ਸੰਬੰਧਕੀ ਰੂਪ ਨੇ ਅਤੇ ਜੋ ਸਾਡੇ ਮੁੱਖ ਸੰਬੰਧਕ ਨੇ। ਹਾਂਜੀ, ਆਪਾਂ ਇੱਕ ਹੋਰ ਇੰਪੋਰਟੈਂਟ ਗੱਲ ਕਰਨੀ ਹੈ, ਮੈਂ ਸੋਚਿਆ ਇਹ ਵੀ ਜ਼ਰੂਰੀ ਦੱਸ ਦਿਆਂ ਤੁਹਾਨੂੰ, ਕਿਉਂਕਿ ਆਪਾਂ ਕਾਰਕ ਦੇਖੋ ਪੜ੍ਹਨੇ ਆ, ਹੈ ਨਾ। ਮੈਂ ਵਾਰੀ ਇੱਕ ਸ਼ਬਦ ਦਾ ਇਸਤੇਮਾਲ ਕਰ ਰਿਹਾ ਸੀ, ਕਾਰਕੀ ਪਿਛੇਤਰ ਜਾਂ ਸੰਬੰਧ ਸੂਚਕ ਪਿਛੇਤਰ। ਸੋ ਮਨ 'ਚ ਸਵਾਲ ਤਾਂ ਆਇਆ ਹੋਣਾ ਵੀ ਕਾਰਕੀ ਕਿਉਂ ਆ ਪਿਛੇਤਰ। ਸੋ ਗੱਲ ਕੀ ਹੈ, ਦੇਖੋ ਮੁੱਖ ਰੂਪ ਦੇ ਵਿੱਚ ਮੈਂ ਪਹਿਲੀ ਗੱਲ ਲਿਖੀ ਹੈ ਕਿ ਸੰਬੰਧਕ ਜੋ ਹਨ ਮੁੱਖ ਤੌਰ 'ਤੇ ਕਾਰਕੀ ਸੰਬੰਧਾਂ ਨੂੰ ਉਜਾਗਰ ਕਰਦੇ ਹਨ। ਵੈਸੇ ਤਾਂ ਆਪਾਂ ਜਦੋਂ ਕਾਰਕ ਪੜ੍ਹਾਂਗੇ ਨਾ ਉਦੋਂ ਆਪਾਂ ਨੂੰ ਪੂਰਾ ਕਲੀਅਰ ਹੋ ਜਾਊਗਾ ਕਿ ਕਿਵੇਂ ਕਾਰਕਾਂ ਦੇ ਵਿੱਚ ਜੋ ਕਾਰਕ ਚਿੰਨ੍ਹ ਨੇ ਸਾਡੇ ਉਹ ਸੰਬੰਧਕ ਹੀ ਹਨ, ਇੱਕ ਤਰ੍ਹਾਂ ਦੇ ਸੰਬੰਧਕ ਹੀ ਹਨ। ਸੋ ਇਹਦੇ ਵਿੱਚ ਕੀ ਹੈ, ਦੇਖੋ ਕੁਝ ਕੁ ਮੈਂ ਉਦਾਹਰਨਾਂ ਦਿੱਤੀਆਂ ਨੇ ਜਿਹਦੇ ਵਿੱਚ ਹੈ ਸੰਬੰਧਕ ਆ ਅਤੇ ਨਾਲ ਕਾਰਕਾਂ ਦੇ ਰੂਪ ਵੀ ਹੈ, ਕਾਰਕ ਦਾ ਵੀ ਰੋਲ ਅਦਾ ਕਰ ਰਹੇ ਨੇ। ਮੈਂ ਜਿਵੇਂ ਗੱਲ ਕੀਤੀ ਸੀ ਕਿ ਕੋਈ ਇੱਕ ਸ਼ਬਦ ਕਿਸੇ ਵੀ ਸ਼ਬਦ ਸ਼੍ਰੇਣੀ ਦੇ ਵਿੱਚ ਆਪਣੀ ਵੱਖ ਭੂਮਿਕਾ ਨਿਭਾ ਸਕਦਾ, ਕੋਈ ਦਿੱਕਤ ਨਹੀਂ ਹੈ ਇਹਦੇ ਵਿੱਚ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜੀ। ਹੁਣ ਦੇਖੋ ਉਦਾਹਰਣ ਨੇ ਕੁਝ ਸਾਡੇ ਸਾਹਮਣੇ ਇਸ ਤਰ੍ਹਾਂ ਕਿ ਮਾਂ ਨੇ ਬੱਚੇ ਨੂੰ ਰੋਟੀ ਦਿੱਤੀ। ਸੋ ਸਾਡਾ ਕੀ, ਆਪਾਂ ਜਿਵੇਂ ਕਹਿੰਦੇ ਹਾਂ ਨਾ ਕਿ ਵਾਕ ਦੇ ਵਿੱਚ ਜੋ ਕੰਮ ਕਰਨ ਵਾਲਾ ਹੋਵੇ ਉਹ ਸਾਡਾ ਕੀ ਹੁੰਦਾ ਹੈ, ਕਰਤਾ ਕਾਰਕ ਹੀ ਹੁੰਦਾ ਹੈ ਨਾ ਜੀ ਸਾਡਾ। ਉਹ ਸਾਡਾ ਕਿਹੜਾ ਕਾਰਕ ਹੁੰਦਾ ਹੈ, ਕਰਤਾ ਕਾਰਕ। ਠੀਕ ਹੈ ਜੀ, ਇਹ ਸਾਡਾ ਕਰਤਾ ਕਾਰਕ ਹੈ ਜੀ ਸਾਡਾ। ਦੇਖ ਲਓ ਉਹਦੇ ਵਿੱਚ ਕੀ ਹੈ ਸਾਡਾ, ਚਿੰਨ੍ਹ ਕਿਹੜਾ ਸੀ, ਨੇ। ਉਸ ਤੋਂ ਬਾਅਦ ਕਿਵੇਂ, ਜਿਵੇਂ ਕਿ ਦਾਈ ਨੇ ਬੱਚੇ ਨੂੰ ਜਗਾ ਦਿੱਤਾ ਜਾਂ ਮਾਂ ਨੇ ਬੱਚੇ ਨੂੰ। ਸੋ ਨੂੰ ਸਾਡਾ ਕੀ ਹੈ, ਕਰਮ ਕਾਰਕ ਹੈ ਨਾ। ਜਦੋਂ ਕੀ ਹੈ, ਕਿਰਿਆ ਦਾ ਪ੍ਰਭਾਵ ਕਰਤਾ ਤੋਂ ਛੁੱਟ ਕਿਸੇ ਦੂਜੇ ਨਾਮ ਪੜਨਾਂਵ 'ਤੇ ਪੈਂਦਾ, ਆਪਾਂ ਉਹਨੂੰ ਕਹਿੰਦੇ ਹਾਂ ਜੀ ਇਹ ਸਾਡਾ ਕਰਮ ਕਾਰਕ ਹੈ। ਸੋ ਕਰਮ ਕਾਰਕ ਵਾਸਤੇ ਸਾਡਾ ਚਿੰਨ੍ਹ ਕੀ ਹੁੰਦਾ, ਨੂੰ, ਅਤੇ ਨਾਲ ਹੀ ਸਾਡਾ ਇਹ ਕੀ ਹੈ ਜੀ, ਸੰਬੰਧਕ। ਉਵੇਂ ਹੀ ਨੇ ਸਾਡਾ ਕੀ ਹੈ ਜੀ, ਇੱਥੇ ਕਰਤਾ ਕਾਰਕ ਵੀ ਹੈ ਅਤੇ ਨਾਲ ਹੀ ਕੀ ਹੈ, ਸੰਬੰਧਕ ਵੀ ਹੈ। ਕਰਤਾ ਇੱਕ ਵਾਰ ਤੁਸੀਂ ਕਾਰਕ ਕਿਤੋਂ ਪੜ੍ਹ ਲਿਓ, ਪਰ ਜਦੋਂ ਕੀ ਹੈ, ਜਦੋਂ ਆਪਾਂ ਗੱਲ ਕਰਾਂਗੇ ਸਾਡਾ ਲਿੰਗ ਵਚਨ ਅਤੇ ਉਹਨਾਂ ਦੇ ਨਾਲ ਆਪਾਂ ਕਾਰਕ ਪੜ੍ਹਾਂਗੇ। ਸੋ ਉਦੋਂ ਆਪਾਂ ਸੰਬੰਧਕਾਂ 'ਤੇ ਵੀ ਥੋੜ੍ਹਾ ਜਿਹਾ ਧਿਆਨ ਮਾਰ ਲਾਂਗੇ। ਉਦੋਂ ਨਾਲ, ਦੁਆਰਾ, ਰਾਹੀਂ, ਇਹ ਆਪਾਂ ਪੜ੍ਹ ਕੇ ਗਏ ਹਾਂ ਜੀ, ਇਹ ਸਾਡੇ ਸੰਬੰਧਕ ਆ। ਹੁਣ ਦੇਖੋ ਇਹ ਨਾਲ, ਦੁਆਰਾ, ਰਾਹੀਂ ਇਹ ਸ਼ਬਦ ਨੇ, ਇਹ ਸਾਡੇ ਕਾਰਕ ਚਿੰਨ੍ਹ ਵੀ ਹਨ। ਜਦੋਂ ਆਪਾਂ ਕਰਨ ਕਾਰਕ ਪੜ੍ਹਦੇ ਹਾਂ, ਹੈ ਨਾ, ਕਿ ਜਿਹੜਾ ਕੰਮ, ਕਿਰਿਆ ਦਾ ਜੋ ਕੰਮ ਹੈ ਕਿਹੜੀ ਚੀਜ਼ ਨਾਲ ਕੀਤਾ, ਉਹਦੇ ਵਾਸਤੇ ਜੋ ਚੀਜ਼ ਦੇ ਬਾਰੇ ਆਪਾਂ ਦੱਸਣਾ, ਉਹਦੇ ਵਾਸਤੇ ਆਪਾਂ ਜਿਹੜੇ ਸ਼ਬਦ ਇਸਤੇਮਾਲ ਕਰਦੇ ਹਾਂ ਉਹ ਸਾਡੇ ਨਾਲ, ਦੁਆਰਾ ਅਤੇ ਰਾਹੀਂ ਹੁੰਦੇ ਹਨ। ਬਲਕਾਰ ਨੇ ਚਾਕੂ ਨਾਲ ਸੇਬ ਕੱਟਿਆ। ਸੋ ਇੱਥੇ ਕੀ ਹੈ, ਨਾਲ ਸ਼ਬਦ ਕੀ ਹੈ ਸਾਡਾ, ਕਿਰਿਆ ਦਾ ਸਾਡਾ ਇੱਕ ਕਰਨ ਕਾਰਕ ਵੀ ਹੈ ਨਾ, ਕਿ ਸੇਬ ਕੱਟਣ ਦੀ ਜਿਹੜੀ ਕਿਰਿਆ ਹੋਈ ਹੈ ਉਹ ਕਿਹਦੇ ਨਾਲ ਹੋਈ ਹੈ, ਚਾਕੂ ਨਾਲ। ਸੋ ਚਾਕੂ ਦੇ ਨਾਲ ਹੀ ਹੋਈ ਹੈ। ਇਹ ਸ਼ਬਦ ਦਰਸਾਉਣ ਵਾਲਾ ਕਿਹੜਾ ਸ਼ਬਦ ਹੈ, ਨਾਲ। ਸੋ ਇਹ ਕੀ ਹੈ, ਕਰਨ ਕਾਰਕ ਵੀ ਹੈ ਅਤੇ ਸਾਡਾ ਸੰਬੰਧਕ ਵੀ ਹੈ। ਅਸੀਂ ਆਪਣੇ ਕੰਨਾਂ ਨਾਲ ਸੁਣਦੇ ਹਾਂ, ਅਸੀਂ ਆਪਣੇ ਕੰਨਾਂ ਰਾਹੀਂ ਸੁਣਦੇ ਹਾਂ, ਅਸੀਂ ਆਪਣੇ ਕੰਨਾਂ ਦੇ ਰਾਹੀਂ ਸੁਣਦੇ ਹਾਂ, ਇੱਕੋ ਹੀ ਗੱਲ ਹੈ। ਸੋ ਨਾਲ ਜਾਂ ਰਾਹੀਂ, ਨਾਲ ਜਾਂ ਦੁਆਰਾ ਜਾਂ ਰਾਹੀਂ, ਇੱਥੇ ਕੀ ਹੈ, ਅਸੀਂ ਆਪਣੇ ਕੰਨਾਂ ਦੁਆਰਾ ਸੁਣਦੇ ਹਾਂ, ਇੱਕੋ ਹੀ ਗੱਲ ਹੈ। ਫਿਰ ਵੀ ਇੱਕੋ ਵਾਕ ਦੇ ਵਿੱਚ ਹੀ ਆਪਾਂ ਸਾਰੇ ਦੇ ਸਾਰੇ ਜਿਹੜੇ ਸੰਬੰਧਕ ਆ ਉਹਨਾਂ ਦਾ ਇਸਤੇਮਾਲ ਕਰ ਲਿਆ। ਦੇਖ ਲਓ
ਇਹ ਸਾਡਾ ਕੀ ਹੈ, ਇੱਕ ਕਰਨ ਕਾਰਕ ਹੀ ਹੈ ਨਾ, ਕਿ ਸੁਣਨ ਦੀ ਜਿਹੜੀ ਕਿਰਿਆ ਉਹ ਕਿਹੜੀ ਚੀਜ਼ ਦੇ ਨਾਲ ਹੋਵੇਗੀ, ਉਹ ਹੋਵੇਗੀ ਸਾਡੇ ਕੰਨਾਂ ਦੇ ਨਾਲ। ਤੇ ਉਹਨਾਂ ਨੂੰ ਕੰਨਾਂ ਦਾ ਸੰਬੰਧ ਸੁਣਨ ਦੇ ਨਾਲ ਦਰਸਾਉਣ ਵਾਲੇ ਸ਼ਬਦ ਨਾਲ ਜਾਂ ਰਾਹੀਂ ਜਾਂ ਦੇ ਰਾਹੀਂ, ਇਹ ਮਰਜ਼ੀ ਹੈ ਐਗਜ਼ਾਮੀਨਰ ਦੀ, ਉਹਨੇ ਕਿਹੜਾ ਅੱਖਰ ਲਿਖਣਾ ਵਿੱਚ। ਉਸ ਤੋਂ ਬਾਅਦ ਜਿਵੇਂ ਉੱਤੇ, ਅੰਦਰ, ਵਿੱਚ, ਵਿਚਕਾਰ, ਜਦੋਂ ਇਹਨਾਂ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਾਸਤੇ ਕੀ ਹੈ, ਸਾਡਾ ਅਧਿਕਰਨ ਕਾਰਕ ਹੁੰਦਾ ਹੈ। ਅਧਿਕਰਨ ਕਾਰਕ ਉਹਨੂੰ ਕਹਿੰਦੇ ਆ ਵੀ ਕਿਰਿਆ ਦਾ ਕੰਮ ਜਿਹੜੀ ਜਗ੍ਹਾ 'ਤੇ ਹੋਇਆ ਹੋਵੇ, ਕਿਰਿਆ ਜਿਹੜੀ ਜਗ੍ਹਾ 'ਤੇ ਹੋਈ ਹੋਵੇ, ਆਪਾਂ ਉਹਨੂੰ ਕਹਿ ਦਿੰਦੇ ਜੀ ਇਹ ਸਾਡਾ ਅਧਿਕਰਨ ਕਾਰਕ ਹੈ ਜੀ। ਉਸ ਦਾ ਦਾਦਾ ਹਸਪਤਾਲ ਵਿੱਚ ਦਾਖਲ ਹੈ, ਸੋ ਦਾਖਲ ਹੋਣ ਦੀ ਕਿਰਿਆ ਕਿੱਥੇ ਆ, ਹਸਪਤਾਲ। ਉਹਨੂੰ ਦਰਸਾਉਣ ਵਾਲਾ ਸ਼ਬਦ ਕਿਹੜਾ, ਵਿੱਚ। ਉਵੇਂ ਹੀ ਕਿਤਾਬ ਮੇਜ਼ ਉੱਤੇ ਪਈ ਹੈ ਜਾਂ ਮੇਜ਼ ਦੇ ਉੱਤੇ ਪਈ ਹੈ। ਦੋਨਾਂ ਭੈਣਾਂ ਵਿੱਚ ਬਹੁਤ ਫਰਕ ਹੈ, ਸੋ ਇਹ ਇੱਕ ਅਧਿਕਰਨ ਕਾਰਕ ਹੈ। ਮੈਂ ਇਹ ਕਿਤਾਬ 100 ਰੁਪਏ ਵਿੱਚ ਖਰੀਦੀ ਹੈ, ਸੋ ਉਹਦੇ ਵਿੱਚ ਕੀ ਆ, ਉੱਤੇ, ਅੰਦਰ ਅਤੇ ਵਿੱਚ, ਇਹ ਅਧਿਕਰਨ ਕਾਰਕ ਵੀ ਹਨ ਅਤੇ ਨਾਲ ਨਾਲ ਕੀ ਹਨ, ਇਹ ਸਾਡੇ ਸੰਬੰਧਕ ਵੀ ਹਨ। ਹੁਣ ਇਹਦੇ ਵਿੱਚ ਕਨਫਿਊਜ਼ ਨਾ ਹੋ ਜਿਓ, ਮੈਂ ਵਾਰ-ਵਾਰ ਤੁਹਾਨੂੰ ਕਹਿ ਰਿਹਾ ਕਿ ਸੰਬੰਧਕ ਹੈ ਜੇ ਸਾਡੇ ਜੋ ਸਾਡੇ ਸੰਬੰਧਕ ਹਨ ਉਹ ਕਾਰਕੀ ਸੰਬੰਧਾਂ ਨੂੰ ਉਜਾਗਰ ਕਰਦੇ ਹਨ ਅਸਲ ਦੇ ਵਿੱਚ, ਹੈ ਨਾ। ਸੋ ਇਸੇ ਕਰਕੇ ਕੀ ਹੈ, ਸੰਬੰਧਕ ਅਤੇ ਕਾਰਕ ਆਪਸ ਦੇ ਵਿੱਚ ਪੜ੍ਹਦੇ ਆ, ਉਹਨਾਂ ਨੂੰ ਕੰਪੈਰੀਜ਼ਨ ਦੇ ਰੂਪ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਸਾਨੂੰ ਫਿਰ ਪਤਾ ਲੱਗਦਾ ਕਿ ਠੀਕ ਹੈ, ਜੋ ਇੱਕ ਸਮੇਂ ਕਾਰਕ ਹੈ ਉਹ ਦੂਜੇ ਸਮੇਂ ਸੰਬੰਧਕ ਵੀ ਹੈ। ਉਸੇ ਪ੍ਰਕਾਰ ਲਈ, ਵਾਸਤੇ, ਖਾਤਰ ਆਪਾਂ ਪੜ੍ਹਦੇ ਹਾਂ ਜੀ, ਇਹ ਸਾਡੇ ਸੰਪਰਦਾਨ ਕਾਰਕ ਹੈ ਨਾ। ਜਦੋਂ ਕਿਰਿਆ ਦਾ ਕਰਮ ਜਿਸ ਦੇ ਲਈ ਕੀਤਾ ਜਾਵੇ, ਜਿਸ ਵਾਸਤੇ ਕੀਤਾ ਜਾਵੇ, ਉਹਦੇ ਵਾਸਤੇ ਆਪਾਂ ਸ਼ਬਦਾਂ ਦਾ ਇਸਤੇਮਾਲ ਕਰਦੇ ਹਾਂ ਜੀ, ਲਈ, ਵਾਸਤੇ ਅਤੇ ਖਾਤਰ, ਇਹ ਆਪਣੇ ਸਾਡੇ ਸੰਬੰਧਕ ਵੀ ਹੈ। ਉਸ ਨੇ ਆਪਣੇ ਭਰਾ ਲਈ ਪੈਨ ਖਰੀਦਿਆ, ਸੋ ਇਹਦੇ ਵਿੱਚ ਲਈ ਸ਼ਬਦ ਸਾਡਾ ਸੰਬੰਧਕ ਵੀ ਹੈ ਅਤੇ ਦੂਜੇ ਸਮੇਂ ਸੰਪਰਦਾਨ ਕਾਰਕ ਦੀ ਭੂਮਿਕਾ ਵੀ ਅਦਾ ਕਰ ਰਿਹਾ ਹੈ। ਭਗਤ ਸਿੰਘ ਨੇ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕੀਤੀ, ਇਹਦੇ ਵਿੱਚ ਦੀ ਖਾਤਰ ਸ਼ਬਦ ਹੈ ਜਿਹੜਾ ਉਹ ਸਾਡਾ ਕੀ ਹੈ, ਸੰਬੰਧਕ ਵੀ ਹੈ ਅਤੇ ਸਾਡਾ ਸੰਪਰਦਾਨ ਕਾਰਕ ਵੀ ਹੈ। ਤੋਂ, ਵਿੱਚੋਂ, ਉੱਤੋਂ, ਹੇਠੋਂ, ਇਹ ਸਾਡੇ ਸੰਬੰਧਕ ਹਨ ਜੀ। ਦੂਸਰੇ ਰੂਪ ਦੇ ਵਿੱਚ ਕੀ ਹੈ, ਇਹ ਸਾਡੇ ਅਪਾਦਾਨ ਕਾਰਕ ਵੀ ਹੈ ਜੀ। ਅਪਾਦਾਨ ਵੱਖ ਹੋਣ ਦੀ ਕਿਰਿਆ, ਜਿੱਥੋਂ ਕਿਰਿਆ ਦਾ ਕੰਮ ਆਰੰਭ ਹੋਵੇ ਜਾਂ ਵੱਖ ਹੋ ਜਾਵੇ, ਆਪਾਂ ਉਹਨੂੰ ਕਹਿ ਦਿੰਦੇ ਹਾਂ ਜੀ ਸਾਡਾ ਇਹ ਸਾਡਾ ਅਪਾਦਾਨ ਕਾਰਕ ਹੈ ਜੀ। ਉਹ ਕੋਠੇ ਉੱਤੋਂ ਡਿੱਗ ਪਿਆ, ਭਾਵ ਕੀ ਹੈ, ਕੋਠੇ ਦੇ ਉੱਪਰੋਂ ਉਸ ਦੇ ਵੱਖ ਹੋਣ ਦੀ ਕਿਰਿਆ ਦਾ, ਉਹਦੇ ਵਾਸਤੇ ਉੱਤੋਂ ਦੁੱਧ ਤੋਂ ਦਹੀਂ ਬਣਦਾ ਹੈ, ਦੁੱਧ ਵੱਖ ਚੀਜ਼ ਹੈ, ਦਹੀਂ ਵੱਖ ਹੈ ਨਾ। ਮੋਹਨ ਸੋਹਣ ਨਾਲੋਂ ਵੱਡਾ ਹੈ ਨਾ, ਦੋਨੋਂ ਅਲੱਗ-ਅਲੱਗ ਹੋ ਗਏ ਨਾ, ਇਹਨੂੰ ਕਹਿੰਦੇ ਆ ਅਪਾਦਾਨ ਕਾਰਕ। ਸੋ ਉਹਦੇ ਵਿੱਚ ਕੀ ਹੈ, ਤੋਂ, ਉੱਤੋਂ ਅਤੇ ਨਾਲੋਂ, ਇਹ ਸ਼ਬਦ ਨੇ ਸਾਡੇ, ਇਹ ਸਾਡੇ ਸੰਬੰਧਕ ਵੀ ਹਨ ਅਤੇ ਸਾਡੇ ਇੱਕ ਤਰ੍ਹਾਂ ਦੇ ਅਪਾਦਾਨ ਕਾਰਕ ਵੀ ਹਨ। ਸੋ ਇਹ ਗੱਲ ਅਸੀਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣੀ ਹੈ। ਹੁਣ ਮੈਨੂੰ ਜ਼ਰੂਰ ਉਮੀਦ ਆ ਕਿ ਜਦੋਂ ਤੁਸੀਂ ਸੰਬੰਧਕ ਦੇ ਨਾਲ ਕਾਰਕ ਪੜ੍ਹੋਗੇ ਤੁਹਾਨੂੰ ਕਨਫਿਊਜ਼ਨ ਨਹੀਂ ਹੋਊਗਾ। ਸੋ ਇਹ ਸਾਡੇ ਨੇ ਜੀ ਸੰਬੰਧਕ। ਉਸ ਤੋਂ ਬਾਅਦ ਅਗਲੀ ਕਲਾਸ ਦੇ ਵਿੱਚ ਛੇਤੀ ਮਿਲਦੇ ਆ ਜੀ। ਸ਼ੁਕਰੀਆ।